मैं एक ਕਲਾਕਾਰ ਤਾਂ ਚਲੋ ਹੈ ਹੀ ਹੈ ਕਿਉਂਕਿ ਕਲਾ ਦੇ ਨਾਲ ਜੁੜਿਆ ਹੋਇਆ, ਲੇਕਿਨ ਇੱਕ ਅਧਿਆਪਕ ਵੀ ਹਾਂ। ਸੋ ਮੈਂ ਜ਼ਰੂਰ ਕਹਿਣਾ ਚਾਹੁੰਦਾ ਹਾਂ ਕਿ ਮੈਂ ਜਿਸ ਤਰ੍ਹਾਂ ਜੀਵਨ ਦੇ ਅੰਦਰ ਸਿੱਖਿਆ ਹੈ, ਉਸੇ ਤਰੀਕੇ ਨਾਲ ਮੈਂ ਚਾਹੁੰਦਾ ਹਾਂ ਕਿ ਕੋਈ ਵੀ ਇਨਸਾਨ ਜਿਹੜਾ ਹੈ ਉਹ ਨਕਲ ਦੇ ਨਾਲ ਨਾ ਸਿੱਖੇ, ਅਕਲ ਨਾਲ ਸਿੱਖੇ ਔਰ ਕੋਸ਼ਿਸ਼ ਕਰੇ ਕਿ ਜਿਹੜੀ ਗੱਲ ਉਸ ਦੇ ਦਿਮਾਗ ਦੇ ਅੰਦਰ ਹੈ, ਉਸ ਦੀ ਸੋਚ ਦੇ ਅੰਦਰ ਹੈ, ਜਾਂ ਉਹ ਇੱਕ ਸੁਨੇਹੇ ਦੇ ਰੂਪ ਦੇ ਅੰਦਰ ਗੱਲ ਨੂੰ ਲੈਣਾ ਚਾਹੁੰਦਾ ਹੈ ਜਾਂ ਦੱਸਣਾ ਚਾਹੁੰਦਾ ਹੈ, ਉਹਨੂੰ ਸਿਰਜੇ। ਕਿਉਂਕਿ ਸਿਰਜਣਾ ਜਿਹੜੀ ਹੈ ਉਹ ਅੱਜ ਨਹੀਂ, ਕੱਲ੍ਹ ਨਹੀਂ, ਪਰਸੋਂ ਆਪਣਾ ਸੰਦੇਸ਼ ਜ਼ਰੂਰ ਦਿੰਦੀ ਹੈ। ਲੇਕਿਨ ਜੇਕਰ ਅਸੀਂ ਨਕਲ ਕਰਾਂਗੇ ਤਾਂ ਸ਼ਾਇਦ ਉਹ ਕੁਛ ਵਕਤ ਦਾ ਪ੍ਰਭਾਵ ਹੈ। ਅਸੀਂ ਅਗਰ ਸੋਭਾ ਸਿੰਘ ਨੂੰ ਨਕਲ ਕਰਾਂਗੇ, ਅਸੀਂ ਸੋਭਾ ਸਿੰਘ ਨਹੀਂ ਬਣ ਸਕਦੇ। ਅਸੀਂ ਆਪਣੇ ਆਪ ਨੂੰ, ਅਗਰ ਆਪਣੀ ਕਲਾ ਨੂੰ, ਆਪਣੇ ਆਪ ਦੇ ਸੰਦੇਸ਼ ਨੂੰ ਲੈ ਕੇ ਚੱਲਾਂਗੇ, ਆਪਣੀ ਗੱਲ ਕਹਿਣ ਦੀ ਕੋਸ਼ਿਸ਼ ਕਰਾਂਗੇ, ਅਤੇ ਮੈਨੂੰ ਇਹ ਲੱਗਦਾ ਹੈ ਕਿ ਅੱਜ ਨਹੀਂ ਤਾਂ ਕੱਲ੍ਹ ਸਾਡਾ ਜਿਹੜਾ ਸੰਦੇਸ਼ ਹੈ ਉਹ ਪੂਰੀ ਸ਼ਿੱਦਤ ਦੇ ਨਾਲ ਲੋਕਾਂ ਤੱਕ ਜਾਏਗਾ ਕਿ ਫਲਾਂ ਇਨਸਾਨ ਆਹ ਗੱਲ ਕਹਿਣੀ ਚਾਹੁੰਦਾ ਹੈ। ਹੁਣ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦੇਣੀ ਚਾਹੁੰਦਾ ਕਿ ਮੈਂ ਸ਼ੁਰੂਆਤੀ ਕੁਛ ਡਰਾਇੰਗਸ ਬਣਾਈਆਂ ਜਦੋਂ ਕਿ ਉਗਰਵਾਦ ਪੰਜਾਬ ਦੇ ਵਿੱਚ ਪੂਰੇ ਸਿਖਰ 'ਤੇ ਸੀ, ਕਿ ਮੈਂ ਦਿਖਾਉਣਾ ਚਾਹੁੰਦਾ ਸੀ ਕਿ ਜਿਹੜਾ ਕਾਮਨ ਮੈਨ ਹੈ ਉਹ ਕਿੰਨਾ ਕੁ ਪਰੇਸ਼ਾਨ ਹੋ ਸਕਦਾ। ਮੈਂ ਸਾਈਕਲ ਬਣਾਉਣਾ ਸ਼ੁਰੂ ਕੀਤਾ। ਸਾਈਕਲ ਨੂੰ ਮੈਂ ਸਿੰਬੋਲੀਕਲੀ ਇੱਕ ਸਧਾਰਨ ਇਨਸਾਨ ਦਾ ਰੂਪ ਦਿੱਤਾ ਕਿ ਸਧਾਰਨ ਇਨਸਾਨ ਦੇ ਕੋਲ ਸਾਈਕਲ ਹੈ, ਅਤੇ ਉਸ ਦਾ ਜਿਹੜਾ ਸਾਈਕਲ ਹੈ ਉਹਦੀ ਸੀਟ ਜਿਹੜੀ ਹੈ ਉਹਦੇ 'ਤੇ ਅੱਗ ਲੱਗੀ ਹੋਈ ਆ ਚੀਜ਼ ਹੈ। ਮੈਨੂੰ ਬੜੀ ਹੈਰਾਨੀ ਹੋਈ ਕਿ ਜਦੋਂ ਮੈਂ ਸ਼ਾਂਤੀ ਨਿਕੇਤਨ ਗਿਆ ਅਤੇ ਸ਼ਾਂਤੀ ਨਿਕੇਤਨ ਦੇ ਵਿੱਚ ਮੈਨੂੰ ਉੱਥੇ ਦੇ ਜਿਹੜੇ ਯੁਵਾ ਲੋਕ ਨੇ ਉਹਨਾਂ ਨਾਲ ਮਿਲਣ ਦਾ ਮੌਕਾ ਮਿਲਿਆ, ਟੀਚਰਾਂ ਨਾਲ ਮਿਲਣ ਦਾ, ਕਲਾਕਾਰਾਂ ਨਾਲ ਮਿਲਣ ਦਾ ਮੌਕਾ ਮਿਲਿਆ। ਤਾਂ ਉਹਨਾਂ ਵਿੱਚੋਂ ਇੱਕ ਬੰਦਾ ਕਹਿੰਦਾ ਤੁਸੀਂ ਸਾਈਕਲ ਬਣਾਉਣ ਵਾਲੇ ਆਰਟਿਸਟ ਹੋ। ਸੋ ਮੈਨੂੰ ਲੱਗਾ ਕਿ ਵਾਕਿਆ 'ਚ ਮੇਰੀ ਪਹਿਚਾਣ ਹੈ, ਉਹ ਸਾਈਕਲ ਮੇਰਾ ਪਹਿਚਾਣ ਹੈ। ਅਤੇ ਇਹਦਾ ਮਤਲਬ ਇਹ ਹੈ ਕਿ ਅਗਰ ਮੈਂ ਨਕਲ ਕਰ ਰਿਹਾ ਹੁੰਦਾ ਤਾਂ ਸ਼ਾਇਦ ਮੈਂ ਕਾਮਯਾਬ ਨਾ ਹੁੰਦਾ। ਸੋ ਮੇਰਾ ਬੇਸ਼ੱਕ ਸਾਈਕਲ ਬਹੁਤ ਟਾਈਮ ਬਾਅਦ ਜਾ ਕੇ ਲੋਕਾਂ ਦੀ ਪਹਿਚਾਣ ਬਣਿਆ ਹੋਏਗਾ, ਪਰ ਉਹ ਇੰਨਾ ਮਕਬੂਲ ਹੋਇਆ ਕਿ ਮੈਨੂੰ ਹਿੰਦੁਸਤਾਨ ਦੇ ਵਿੱਚ ਉਸਨੇ ਇੱਕ ਪਲੇਸ ਦਿੱਤੀ ਹੈ। ਸੋ ਮੈਂ ਚਾਹਾਂਗਾ ਕਿ ਜਿੰਨੇ ਵੀ ਯੁਵਾ ਲੋਕ ਨੇ, ਜਵਾਨ ਲੋਕ ਨੇ, ਲੜਕੀਆਂ ਨੇ, ਲੜਕੇ ਨੇ, ਜੋ ਵੀ ਆਰਟ ਫੀਲਡ ਵਿੱਚ ਨੇ ਜਾਂ ਕਿਸੇ ਵੀ ਫੀਲਡ ਵਿੱਚ ਨੇ, ਅਗਰ ਉਹ ਆਪਣੀ ਪਹਿਚਾਣ ਦੇ ਲਈ ਹੀ ਕੰਮ ਕਰਨ, ਅੱਛੇ ਕੰਮ ਦੇ ਨਾਲ ਕੰਮ ਕਰਨ ਅਤੇ ਕੋਈ ਦਿਨ ਦੂਰ ਨਹੀਂ ਹੈ ਕਿ ਉਹ ਕਾਮਯਾਬ ਨਾ ਹੋਣ। ਜ਼ਰੂਰ ਕਾਮਯਾਬ ਹੋਣਗੇ। ਤੁਹਾਡੀ ਕਾਮਯਾਬੀ ਤੁਹਾਡੇ ਸੱਚੇ ਮਨ ਨਾਲ ਕੀਤੀ ਗਈ ਮਿਹਨਤ ਵਿੱਚ ਹੈ। ਗੁਗਲੀ ਐਂਟਰਟੇਨਮੈਂਟ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਸਫ਼ਰੇ ਜ਼ਿੰਦਗੀ ਦੇ ਬੈਨਰ ਹੇਠ 38ਵੇਂ ਐਪੀਸੋਡ ਦੇ ਵਿੱਚ ਅਸੀਂ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ ਹੁਸ਼ਿਆਰਪੁਰ ਦੇ ਪ੍ਰਸਿੱਧ ਚਿੱਤਰਕਾਰ ਡਾਕਟਰ ਜਸਪਾਲ ਐਸ ਜੀ ਦੇ ਨਾਲ। ਅਤੇ ਆਓ ਮਿਲਾਉਂਦੇ ਹਾਂ ਤੁਹਾਨੂੰ ਡਾਕਟਰ ਸਾਹਿਬ ਨਾਲ। ਸਭ ਤੋਂ ਪਹਿਲੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਹੁਸ਼ਿਆਰਪੁਰ ਨੂੰ ਬਿਲੋਂਗ ਕਰਦਾ। ਮਾਈ ਨੇਮ ਇਜ਼ ਡਾਕਟਰ, ਵੈਸੇ ਤਾਂ ਡਾਕਟਰ ਇਜ਼ ਮੇਰੀ ਕੁਆਲੀਫਿਕੇਸ਼ਨ ਹੈ। ਮਾਈ ਨੇਮ ਇਜ਼ ਜਸਪਾਲ। ਸੋ ਸਭ ਤੋਂ ਬੜੀ ਗੱਲ ਇਹ ਹੈ ਕਿ ਆਪਣੇ ਆਪ ਨੂੰ ਇਸ ਫੀਲਡ ਵਿੱਚ ਜੋੜਨਾ, ਕੰਮ ਕਰਨਾ ਔਰ ਇਸ ਗੱਲ ਦੇ ਉੱਤੇ ਆਮਾਦਾ ਰਹਿਣਾ ਕਿ ਮੈਂ ਇਸ ਫੀਲਡ ਵਿੱਚ ਹੀ ਰਹਿਣਾ ਹੈ। ਇੱਕ ਮੇਰਾ ਅਚਾਨਕ ਹੀ ਜ਼ਿੰਦਗੀ ਦਾ ਮਕਸਦ ਬਣ ਗਿਆ ਜਦੋਂ ਮੇਰੇ ਫਾਦਰ ਨੇ ਮੈਨੂੰ ਕੁਛ ਐਸਾ ਲਿਟਰੇਚਰ ਲਿਆ ਕੇ ਦਿੱਤਾ ਜਿਸ ਵਿੱਚ ਇਟਾਲੀਅਨ ਮਸ਼ਹੂਰ ਜਿਹੜੇ ਚਿੱਤਰਕਾਰ ਅਤੇ ਮੂਰਤੀਕਾਰ ਸੀ ਉਹਨਾਂ ਦੇ ਵਰਕ ਸੀਗੇ। ਮੈਂ ਦੇਖ ਕੇ ਬੜਾ ਪ੍ਰਭਾਵਿਤ ਹੋਇਆ। ਮੈਨੂੰ ਲੱਗਾ ਕਿ ਮੈਂ ਵਾਕਿਆ 'ਚ ਇਹਨੂੰ ਫੋਲੋ ਕਰਦਾ। ਦੂਸਰਾ ਮੈਨੂੰ ਸ਼ੌਂਕ ਸੀਗਾ, ਉਸ ਵਕਤ ਕੌਮਿਕਸ ਹੁੰਦੀਆਂ ਸੀਆਂ ਬੱਚਿਆਂ ਦੀਆਂ, ਅੱਜ ਵਾਂਗੂ ਮੋਬਾਈਲ ਫੋਨ ਜਾਂ ਇੱਦਾਂ ਦੀਆਂ ਚੀਜ਼ਾਂ ਨਹੀਂ ਸੀ। ਅਤੇ ਕੌਮਿਕ ਪੜ੍ਹਨੇ ਦੇ ਸ਼ੌਂਕ ਦੇ ਵਿੱਚ ਮੈਨੂੰ ਜਿਹੜੀਆਂ ਕੌਮਿਕਸ ਪੜ੍ਹਨੇ ਦਾ ਮੌਕਾ ਮਿਲਿਆ, ਜਿਹੜੀ ਉਹ 'ਚ ਇਲਸਟ੍ਰੇਸ਼ਨ ਸੀਆਂ, ਉਹਨਾਂ ਨੇ ਵੀ ਮੈਨੂੰ ਬਹੁਤ ਪ੍ਰਭਾਵਿਤ ਕੀਤਾ। ਅਤੇ ਇਹ ਦੋ ਚੀਜ਼ਾਂ ਐਸੀਆਂ ਜੁੜ ਗਈਆਂ ਕਿ ਮੈਨੂੰ ਕੰਮ ਕਰਨੇ ਦੇ ਲਈ ਇੱਕ ਆਪਣੇ ਆਪ ਦੇ ਵਿੱਚ ਐਟਮੋਸਫੇਅਰ ਮਿਲ ਗਿਆ। ਜਦ ਕਿ ਜਿਸ ਸ਼ਹਿਰ ਨੂੰ ਮੈਂ ਬਿਲੋਂਗ ਕਰਦਾ ਹਾਂ ਇਹ ਬਹੁਤ ਹੀ ਛੋਟਾ ਸ਼ਹਿਰ ਹੈ ਔਰ ਇਸ ਸ਼ਹਿਰ ਦੇ ਵਿੱਚ
ਅਸੀਂ ਇਹ ਕਹਿ ਸਕਦੇ ਹਾਂ ਕਿ ਕੋਈ ਵੀ ਇਸ ਤਰ੍ਹਾਂ ਦਾ ਅਦਾਰਾ ਜਾਂ ਇਸ ਤਰ੍ਹਾਂ ਦੀ ਕੋਈ ਵੀ ਮੈਨੇਜਮੈਂਟ ਨਹੀਂ ਸੀਗੀ ਕਿ ਜਿਹੜੀ ਕਿ ਕਲਾ ਨੂੰ ਪ੍ਰਸਾਰ ਦਿੰਦੀ ਹੋਵੇ। ਹਾਂ, ਸਾਡੇ ਜਿਹੜੇ ਪੜ੍ਹਨ ਦੇ ਸਮੇਂ ਸਾਡੇ ਜਿਹੜੇ ਉਸਤਾਦ ਬਣੇ, ਅਸੀਂ ਉਹਨਾਂ ਦੇ ਸ਼ਾਗਿਰਦ ਬਣੇ। ਉਹਨਾਂ ਉਸਤਾਦਾਂ ਨੇ ਜੋ ਸਾਨੂੰ ਗਿਆਨ ਦਿੱਤਾ, ਉਹਦੇ ਨਾਲ ਮੈਂ ਇਸ ਫੀਲਡ ਵਿੱਚ ਅੱਜ ਤੱਕ ਜੋ ਕਾਮਯਾਬੀ ਹਾਸਲ ਕੀਤੀ ਹੈ ਉਹਨਾਂ ਨੂੰ ਮੈਂ ਦਿੰਦਾ ਹਾਂ। ਦੂਸਰਾ ਮੇਰੇ ਪੇਰੈਂਟਸ ਨੇ, ਜਿਨ੍ਹਾਂ ਨੇ ਕਿ ਮੈਨੂੰ ਜਾਣ ਤੋਂ ਕਦੇ ਵਰਜਿਆ ਨਹੀਂ, ਮੈਨੂੰ ਮਨਾ ਨਹੀਂ ਕੀਤਾ ਕਿ ਤੂੰ ਨਾ ਕਰ। ਮਤਲਬ ਹਮੇਸ਼ਾ ਹੀ ਕਿਸੇ ਵੀ ਹਾਲਾਤ ਵਿੱਚ ਅਸੀਂ ਹੋਈਏ, ਉਹਨਾਂ ਨੇ ਮੇਰੇ ਕੰਮ ਨੂੰ ਪ੍ਰੈਫਰੈਂਸ ਦੇਣ ਦੀ ਕੋਸ਼ਿਸ਼ ਹੀ ਕੀਤੀ ਹੈ ਵੀ ਠੀਕ ਹੈ ਤੂੰ ਕੰਮ ਕਰਦਾ ਹੈ ਅਤੇ ਡੈਫੀਨੇਟਲੀ ਤੂੰ ਕਰ, ਤੈਨੂੰ ਲੱਗਦਾ ਹੋਵੇਗਾ ਕਿ ਇਸ ਫੀਲਡ ਵਿੱਚ ਬਹੁਤ ਕੁਛ ਹੈ। ਔਰ ਮੈਨੂੰ ਇਸ ਗੱਲ ਦੀ ਇੰਨੀ ਮਤਲਬ ਕਿ ਖੁਸ਼ੀ ਹੈ ਕਿ ਇੱਕ ਅਮਰੀਕਾ ਤੋਂ ਬੁੱਕ ਛਪੀ ਜਿਹਦੇ ਵਿੱਚ ਕਿ ਉਹਨਾਂ ਨੇ 500 ਪੀਪਲਸ ਆਫ ਦਾ ਵਰਲਡ ਲਿਆ, ਉਹਦੇ ਵਿੱਚ ਮੇਰਾ ਨਾਮ ਆਇਆ ਅਤੇ ਉਹ 'ਚ ਮੈਨੂੰ ਆਪਣੇ ਪੇਰੈਂਟਸ ਦੇ ਨਾਮ ਦਾ ਜ਼ਿਕਰ ਕਰਨੇ ਦਾ ਵੀ ਮੌਕਾ ਮਿਲਿਆ ਕਿ ਮੈਂ ਉਹਨਾਂ ਦਾ ਬੇਟਾ ਹੈ। ਅਤੇ ਆਰਟ ਫੀਲਡ ਨੇ ਇਸ ਹਿਸਾਬ ਨਾਲ ਮੈਨੂੰ ਬਹੁਤ ਕੁਛ ਦਿੱਤਾ। ਔਰ ਮੈਂ ਗੂਗਲੀ ਚੈਨਲ ਤੁਹਾਡੇ ਦਾ ਵੀ ਬਹੁਤ ਥੈਂਕ ਯੂ ਕਰਦਾ ਕਿ ਉਹਨਾਂ ਨੇ ਮੇਰੇ ਕਲਾ ਪੱਖ ਨੂੰ ਰਿਕੋਗਨਾਈਜ਼ ਕੀਤਾ, ਮਹੱਤਵ ਦਿੱਤਾ, ਸਮਝਿਆ ਅਤੇ ਮੈਨੂੰ ਇੰਟਰਵਿਊ ਕੀਤਾ। ਆਈ ਐਮ ਗ੍ਰੇਟਫੁਲ ਟੂ ਆਲ ਆਫ ਦਾ ਟੀਮਮੇਟਸ। ਕਲਾ ਖੇਤਰ ਦੇ ਨਾਲ ਤੁਹਾਨੂੰ ਜੁੜਿਆਂ ਕਿੰਨੇ ਸਾਲ ਹੋ ਗਏ? ਮੈਂ ਉਸ ਤਰ੍ਹਾਂ ਤਾਂ ਚਲੋ ਬਚਪਨ ਦੇ ਵਿੱਚ ਜਿਸ ਤਰ੍ਹਾਂ ਹਰ ਬੱਚਾ ਕਰਦਾ ਹੀ ਹੈ, ਮੈਂ ਕੰਮ ਕੀਤਾ ਹੈ। ਮਗਰ ਜਦੋਂ ਮੈਂ ਫਾਈਨ ਆਰਟ ਫੀਲਡ ਵਿੱਚ ਆਇਆ ਅਤੇ ਬੇਸਿਕਲੀ ਮੈਂ ਨੋਨ ਮੈਡੀਕਲ ਦਾ ਸਟੂਡੈਂਟ ਸੀ ਅਤੇ ਨੋਨ ਮੈਡੀਕਲ ਤੋਂ ਅਚਾਨਚੱਕ ਹੀ ਮੈਨੂੰ ਇੱਕ ਕਿਸਮ ਦੀ ਜਿੱਦਾਂ ਮਾਲਿਕ ਨੇ ਮੈਨੂੰ ਸਾਰੀ ਸੋਹਬਤ, ਰੋਟੀ, ਇੱਜ਼ਤ, ਮਾਣ ਸਾਰਾ ਕੁਛ ਸ਼ਾਇਦ ਇਸ ਸਬਜੈਕਟ 'ਚੋਂ ਦੇਣਾ ਸੀ ਅਤੇ ਮੈਂ ਇਸ ਪਾਸੇ ਆ ਗਿਆ। ਅਤੇ ਮੈਂ ਇਹ ਕਹਿ ਸਕਦਾ ਕਿ ਮੈਂ 1977 ਤੋਂ ਇਸ ਫੀਲਡ ਵਿੱਚ ਜੁੜਿਆ। ਇਸ ਫੀਲਡ ਵਿੱਚ ਦੂਸਰੀ ਚੀਜ਼ ਮੈਨੂੰ ਜਿਹੜੀ ਮੋਰਲ ਐਨਕਰੇਜਮੈਂਟ ਹੈ ਉਹ ਇਸ ਤਰ੍ਹਾਂ ਮਿਲੀ ਕਿ ਅੰਮ੍ਰਿਤਸਰ ਆਉਣ ਦਾ ਮੌਕਾ ਮਿਲਿਆ। ਅੰਮ੍ਰਿਤਸਰ ਆਏ ਅਤੇ ਇੰਡੀਅਨ ਅਕੈਡਮੀ ਜਾਣ ਦਾ ਮੌਕਾ ਵੀ ਮਿਲਿਆ। ਇੰਡੀਅਨ ਅਕੈਡਮੀ ਦੇ ਵਿੱਚ ਉਸ ਵਕਤ 1979 'ਚ ਗੋਲਡਨ ਜੁਬਲੀ ਆਰਟ ਐਗਜ਼ੀਬਿਸ਼ਨ ਹੋਣੀ ਸੀ ਅਤੇ ਮੈਂ ਜਾ ਕੇ ਉਸ ਵੇਲੇ ਸਰਦਾਰ ਜੀ ਸੀਗੇ, ਮੈਂ ਉਹਨਾਂ ਨੂੰ ਜਾ ਕੇ ਕਿਹਾ, ਮੈਂ ਵੀ ਮੈਂ ਜਿਸ ਤਰ੍ਹਾਂ ਸਾਰੇ ਲੋਕ ਦੇਣਗੇ ਮੈਂ ਵੀ ਦੇ ਸਕਦਾ ਇਸ ਤਰ੍ਹਾਂ ਵਰਕ, ਮੇਰਾ ਵੀ ਵਰਕ ਕਿਆ ਦਿੱਤਾ ਜਾ ਸਕਦਾ। ਉਹ ਕਹਿੰਦੇ ਆਪਣਾ ਐਡਰੈਸ ਲਿਖਾ ਦਿਓ। ਮੈਂ ਐਡਰੈਸ ਲਿਖਾ ਦਿੱਤਾ, ਮੈਨੂੰ ਇਨਵੀਟੇਸ਼ਨ ਦਾ ਬਰੋਸ਼ਰ ਆਇਆ, ਮੈਂ ਵੀ ਵਰਕ ਬਣਾਇਆ, ਮੈਂ ਵਰਕ ਬਣਾ ਕੇ ਇੱਥੇ ਦੇਣ ਆਇਆ। ਦੈਟ ਵਾਜ਼ ਦਾ ਫਸਟ ਮੂਮੈਂਟ ਕਿ ਮੇਰੀ ਅਵਤਾਰ ਸਿੰਘ ਜੀ ਦੇ ਨਾਲ ਮੁਲਾਕਾਤ ਹੋਈ ਔਰ ਉਹਨਾਂ ਨੇ ਮੇਰਾ ਵਰਕ ਦੇਖਿਆ। ਉਹਨਾਂ ਨੇ ਇੱਕ ਸ਼ਬਦ ਬੋਲਿਆ, ਕਹਿੰਦੇ ਤੇਰਾ ਕੰਮ ਬੜਾ ਪੋਇਟਿਕ ਹੈ। ਉਹ ਸ਼ਬਦ ਮਤਲਬ ਮੇਰੇ ਘਰ ਕਰ ਗਏ, ਮੇਰੇ ਦਿਲ 'ਚ ਬੈਠ ਗਏ ਔਰ ਮੈਨੂੰ ਇਹ ਬਹੁਤ ਅੱਛਾ ਲੱਗਾ। ਔਰ ਉਹ ਇੱਕ ਐਸਾ ਸਫ਼ਰ ਮੇਰਾ ਸਟਾਰਟ ਹੋਇਆ ਕਿ 1980 ਤੋਂ ਲੈ ਕੇ ਅੱਜ ਤੱਕ ਮੈਂ ਇਸ ਅਕੈਡਮੀ ਦੇ ਵਿੱਚ ਵੀ ਹਾਂ, ਮੈਂਬਰ ਵੀ ਬਣਿਆ। ਉਸ ਤੋਂ ਬਾਅਦ KT ਕਲਾ ਦੀ ਸਥਾਪਨਾ ਹੋਈ, ਇਹਨਾਂ ਦੇ ਨਾਲ ਵੀ ਮੈਂ ਜੁੜਿਆ, ਇਹਨਾਂ ਨਾਲ ਵੀ ਕੰਮ ਕਰ ਰਿਹਾ। ਔਰ ਤੁਸੀਂ ਅੰਦਾਜ਼ਾ ਲਗਾ ਲਓ ਕਿ ਅਗਰ ਮੈਂ 1980 ਨੂੰ ਇੱਕ ਰੀਅਲ ਸੈਂਸ 'ਚ ਵਰਕਿੰਗ ਈਅਰ ਮੰਨ ਲਵਾਂ ਅਤੇ 80 ਤੋਂ ਲੈ ਕੇ ਅੱਜ ਤੱਕ ਮੈਂ ਲਗਾਤਾਰ ਇਸ ਫੀਲਡ ਵਿੱਚ ਕੰਮ ਕਰ ਰਿਹਾ ਅਤੇ ਮੈਂ ਕਾਫੀ ਮਤਲਬ ਵੈਰਾਈਟੀ ਦੇ ਵਿੱਚ ਵੀ ਕੰਮ ਕੀਤਾ ਹੈ, ਅਲੱਗ-ਅਲੱਗ ਮੀਡੀਅਮ 'ਚ ਵੀ ਕੰਮ ਕੀਤਾ ਹੈ। ਐਂਡ ਇਸ ਸਬਜੈਕਟ ਦੇ ਸਿਰ ਦੇ ਉੱਤੇ ਮੈਂ ਕਾਫੀ ਜਗ੍ਹਾ ਘੁੰਮ ਵੀ ਆਇਆ, ਕਾਫੀ ਅਦਾਰਿਆਂ 'ਚ ਵੀ ਗਿਆ, ਕਾਫੀ ਹਿੰਦੁਸਤਾਨ ਦੇ ਬੜੇ ਪ੍ਰਸਿੱਧ ਚਿੱਤਰਕਾਰਾਂ ਨੂੰ ਵੀ ਮਿਲਿਆ। ਮੈਨੂੰ ਇਸ ਸਬਜੈਕਟ ਨੇ ਬਹੁਤ ਕੁਛ ਦਿੱਤਾ ਹੈ ਔਰ ਮੈਂ ਇਹ ਚਾਹੁੰਦਾ ਹਾਂ ਕਿ ਜਿਤਨਾ ਚਿਰ ਇਨਸਾਨ ਦੇ ਪਾਸ ਸਵਾਸ ਹੈ ਉਤਨਾ ਚਿਰ ਉਹਨੂੰ ਜ਼ਰੂਰ ਇਸ ਫੀਲਡ 'ਚ ਅਗਰ ਉਹ ਹੈ ਤਾਂ ਉਹਨੂੰ ਕੰਮ ਜ਼ਰੂਰ ਕਰਨਾ ਚਾਹੀਦਾ ਹੈ। ਫਾਈਨ ਆਰਟ ਦੇ ਸਬੰਧ ਦੇ ਵਿੱਚ ਤੁਸੀਂ ਕਿਹੜੇ ਕਾਲਜ ਦੇ ਵਿੱਚ ਸੇਵਾਵਾਂ ਜਿਹੜੀਆਂ ਜ਼ਿਆਦਾ ਦਿੱਤੀਆਂ? ਮੈਂ 2 ਕਾਲਜਿਸ ਦੇ ਵਿੱਚ ਜ਼ਿਆਦਾ ਸੇਵਾਵਾਂ ਦਿੱਤੀਆਂ। ਮੇਰੀ ਜਿਹੜਾ ਜੋਬ ਹੈ ਉਹ ਮਤਲਬ ਪਟਿਆਲਾ ਤੋਂ ਸਟਾਰਟ ਹੋਈ। ਪਟਿਆਲਾ ਤੋਂ ਸਟਾਰਟ ਹੋ ਕੇ ਫਿਰ ਕਿਉਂਕਿ ਜਦੋਂ ਅਸੀਂ ਸਰਕਾਰੀ ਜੋਬ ਦੇ ਵਿੱਚ ਜੁੜ ਜਾਂਦੇ ਹਾਂ ਤਾਂ ਟਰਾਂਸਫਰ ਇੱਕ ਮਾਮੂਲੀ ਗੱਲ ਹੈ। ਉਸ ਤੋਂ ਬਾਅਦ ਮੇਰੀ ਖੁਸ਼ਕਿਸਮਤੀ ਹੈ ਕਿ ਮੇਰੀ ਟਰਾਂਸਫਰ ਮੁੜ ਕੇ ਉਸੇ ਕਾਲਜ 'ਚ ਹੋ ਗਈ ਜਿੱਥੋਂ ਕਿ ਮੈਂ ਪੜ੍ਹਿਆ, ਜਿੱਥੋਂ ਕਿ ਮੈਂ ਆਪਣਾ ਮਾਸਟਰ ਡਿਗਰੀ ਹਾਸਿਲ ਕੀਤੀ ਸੀ। ਉਸ ਹੀ ਕਾਲਜ ਵਿੱਚ ਮੇਰੀ
ट्रांसफ़र हो गई। तो लेकिन जो मैं 15 साल ਦੇ ਲਗਭਗ ਐਕਸਪੀਰੀਅੰਸ ਪਟਿਆਲੇ ਕੀਤਾ, ਉੱਥੇ ਆਪਣੇ ਮੀਡੀਅਮ ਦੇ ਨਾਲ, ਕਲਾਕਾਰਾਂ ਦੇ ਨਾਲ, ਅਲੱਗ-ਅਲੱਗ ਅਦਾਰਿਆਂ ਦੇ ਨਾਲ, ਉਹ ਐਕਸਪੀਰੀਅੰਸ ਮੈਨੂੰ ਇੰਨੀ ਐਨਰਿਚਮੈਂਟ ਮਿਲੀ, ਇੰਨੀ ਮਤਲਬ ਕਿ ਮੈਨੂੰ ਉਤਸ਼ਾਹ ਦੇਣ ਵਾਲਾ ਬਣਿਆ ਕਿ ਜਦੋਂ ਮੈਂ ਵਾਪਸ ਪਰਤ ਕੇ ਆਪਣੇ ਸ਼ਹਿਰ ਵਿੱਚ ਆਇਆ ਤੇ ਮੇਰੇ ਕੋਲ ਇੰਨਾ ਕੁ ਕੁਛ ਸੀਗਾ ਕਿ ਮੈਂ ਅਗਰ ਨਾ ਵੀ ਕੁਛ ਕਰਾਂ ਤਾਂ ਵੀ ਮੈਨੂੰ ਕਰਨ ਵਾਸਤੇ ਬਹੁਤ ਕੁਛ ਸੀ। ਉੱਥੇ ਆ ਕੇ ਫਿਰ ਮੈਂ ਵਨ ਮੈਨ ਸ਼ੋਅ ਦੀ ਤਿਆਰੀ ਕੀਤੀ, ਦਿੱਲੀ ਜਾ ਕੇ ਵਨ ਮੈਨ ਸ਼ੋਅ ਲਗਾਇਆ ਔਰ ਆਪਣੇ ਫੀਲਡ ਵਿੱਚ ਮੈਂ ਜਿੱਥੇ ਜਿੱਥੇ ਵੀ ਹਿੰਦੁਸਤਾਨ 'ਚ ਉਸ ਵਕਤ ਜਿਤਨਾ ਵੀ ਪਤਾ ਲੱਗਦਾ ਸੀ ਕਿ ਫਲਾਂ ਜਗ੍ਹਾ ਐਗਜ਼ੀਬਿਸ਼ਨ ਹੈ, ਮੇਰੀ ਕੋਸ਼ਿਸ਼ ਇਹ ਹੁੰਦੀ ਸੀ ਕਿ ਮੈਂ ਉੱਥੇ ਵਰਕ ਭੇਜਾਂ, ਉੱਥੇ ਪਾਰਟੀਸਪੇਟ ਕਰਾਂ। ਇਸ ਤਰ੍ਹਾਂ ਮੈਨੂੰ ਅਲੱਗ-ਅਲੱਗ ਜਗ੍ਹਾ ਵਰਕ ਭੇਜੇ ਔਰ ਉਸ ਮਾਲਿਕ ਦੀ ਕਿਰਪਾ ਹੈ ਕਿ ਜਿਸ ਨੇ ਮੇਰਾ ਵਰਕ ਰਿਕੋਗਨਾਈਜ਼ ਕਰਵਾਇਆ, ਮੇਰਾ ਵਰਕ ਰਿਕੋਗਨਾਈਜ਼ ਹੋਇਆ, ਮੈਨੂੰ ਅਲੱਗ-ਅਲੱਗ ਅਦਾਰਿਆਂ ਤੋਂ ਪ੍ਰਾਈਜ਼ ਵੀ ਮਿਲੇ ਔਰ ਮੇਰੇ ਲਈ ਇਹ ਸਭ ਤੋਂ ਵੱਡੀ ਔਨਰ ਇਹ ਹੈ ਕਿ ਫੀਲਡ ਵਿੱਚ ਕੰਮ ਕਰਦਿਆਂ ਹੋਇਆਂ ਆਪਣਾ ਮੁਕਾਮ ਹਾਸਲ ਕਰਨਾ ਕਈ ਵਾਰ ਕਈਆਂ ਦੇ ਖਿੱਤੇ 'ਚ ਨਹੀਂ ਆਉਂਦਾ, ਉਹਨਾਂ ਦੇ ਹਿੱਸੇ 'ਚ ਹੀ ਨਹੀਂ ਆਉਂਦਾ, ਪਰ ਮੈਨੂੰ ਇਸ ਚੀਜ਼ ਦਾ ਮਤਲਬ ਮੈਂ ਫਖਰ ਹੀ ਕਹੂੰਗਾ ਕਿ ਮੈਨੂੰ ਮਾਣ ਹੈ ਕਿ ਮੈਨੂੰ ਇਸ ਦੀ ਤਰ੍ਹਾਂ ਦੀ ਰਿਕੋਗਨੀਸ਼ਨ ਮਿਲੀ। ਔਰ 2 ਸਾਲ ਪਹਿਲੇ ਜਦੋਂ ਮਤਲਬ ਪੰਜਾਬ ਲਲਿਤ ਕਲਾ ਅਕੈਡਮੀ ਨੇ ਔਨਰ ਕਰਨੇ ਦੇ ਲਈ ਚੁਣਿਆ ਅਤੇ ਉਹਨਾਂ ਨੇ ਮੇਰੇ ਵਰਕ ਨੂੰ, ਮੇਰੇ ਲਾਈਫ ਟਾਈਮ ਵਰਕ ਨੂੰ ਸਿਲੈਕਟ ਕੀਤਾ, ਚੁਣਿਆ, ਮੈਨੂੰ 50,000 ਰੁਪਏ ਅਤੇ ਪਲੱਸ ਉਹਨਾਂ ਨੇ ਇੱਕ ਸਪੈਸ਼ਲ ਸਾਈਟੇਸ਼ਨ ਦੇ ਕੇ ਔਨਰ ਕੀਤਾ। ਐਂਡ ਆਈ ਨੈਵਰ ਐਕਸਪੈਕਟ ਕਿ ਹੈ ਨਾ ਇੱਕ ਬੰਦੇ ਦੇ ਜੀਵਨ ਦੇ ਵਿੱਚ ਹੀ ਇਸ ਤਰ੍ਹਾਂ ਦਾ ਉਹਨੂੰ ਮਾਣ ਮਿਲ ਜਾਣਾ ਇਹ ਮੇਰੇ ਲਈ ਬੜੇ ਫਖਰ ਦੀ ਗੱਲ ਹੈ। ਇਸ ਕਰਕੇ ਮੈਂ ਅਗਰ ਜੋੜ ਕੇ ਦੇਖਾਂ ਕਿ ਇੰਨੇ ਵਰ੍ਹਿਆਂ ਦੇ ਵਿੱਚ ਅਤੇ ਮੈਨੂੰ ਇਹ ਲੱਗਦਾ ਕਿ ਹਾਲੇ ਵੀ ਕੰਮ ਬਹੁਤ ਕਰਨੇ ਦੀ ਲੋੜ ਹੈ, ਕੰਮ ਥੋੜ੍ਹਾ ਨਹੀਂ ਹੈ। ਇਨ ਬਿਟਵੀਨ ਮੈਂ ਲੋਕਡਾਊਨ ਦੇ ਵਿੱਚ ਵੀ ਮੇਰੀ ਕੋਸ਼ਿਸ਼ ਇਹ ਰਹੀ ਹੈ ਕਿ ਜਿੱਥੇ ਵੀ ਮੈਨੂੰ ਪਤਾ ਲੱਗਦਾ ਸੀਗਾ ਕਿ ਐਗਜ਼ੀਬਿਸ਼ਨ ਹੈ, ਔਨਲਾਈਨ ਐਗਜ਼ੀਬਿਸ਼ਨ ਹੋ ਰਹੀ ਹੈ ਔਰ ਅੱਛੀ ਐਗਜ਼ੀਬਿਸ਼ਨ ਹੋ ਰਹੀ ਹੈ, ਉਹ ਮੈਂ ਅਲੱਗ-ਅਲੱਗ ਕੰਟਰੀਆਂ 'ਚ ਮੈਕਸੀਕੋ ਦੇ ਵਿੱਚ ਵੀ ਮੈਂ ਪਾਰਟੀਸਪੇਟ ਕੀਤਾ, ਟਰਕੀ ਦੀ ਤਰਾਕਿਆ ਯੂਨੀਵਰਸਿਟੀ ਹੈ ਉੱਥੇ ਇੱਕ ਐਗਜ਼ੀਬਿਸ਼ਨ ਸੀ, ਮੈਂ ਉੱਥੇ ਪਾਰਟੀਸਪੇਟ ਕੀਤਾ। ਇੰਡੀਆ ਦੇ ਵਿੱਚ ਹੋਣ ਵਾਲੀਆਂ ਜਿਹੜੀਆਂ ਇੰਟਰਨੈਸ਼ਨਲ ਨੈਸ਼ਨਲ ਐਗਜ਼ੀਬਿਸ਼ਨ ਹੈ ਉਹਨਾਂ ਵਿੱਚ ਵੀ ਮੈਂ ਲੋਕਡਾਊਨ ਦੇ ਵਿੱਚ ਵੀ ਸਾਇਲੈਂਟ ਨਾ ਬੈਠ ਕੇ ਮੈਨੂੰ ਕੰਮ ਕਰਨੇ ਦਾ ਮਿਲਿਆ। ਔਰ ਖੁਸ਼ਕਿਸਮਤੀ ਹੈ ਕਿ ਮੈਂ ਇੱਕ ਜਗ੍ਹਾ ਵਰਕ ਭੇਜਿਆ ਅਤੇ ਦੈਟ ਕੰਸਰਨ ਵਿਦ ਦਾ ਡਾਕਟਰ ਮੈਡੀਕਲ ਲਾਈਨ ਦੇ ਵੱਲੋਂ ਔਰਗੇਨਾਈਜ਼ ਕੀਤੀ ਗਈ ਸੀ ਕਿ ਉਹਦੇ ਉੱਤੇ ਮੈਂ ਵਰਕ ਕੀਤਾ ਸੀਗਾ। ਯੂ ਕੈਨ ਸੇ ਕਿ ਜਿਸ ਤਰ੍ਹਾਂ ਇੱਕ ਇਨਸਾਨ ਮੈਡੀਕਲੀ ਹੈਂਡੀਕੈਪ ਹੋ ਜਾਂਦਾ ਹੈ ਅਤੇ ਉਹਦੀਆਂ ਜਿਹੜੀਆਂ ਸੀਮਾਵਾਂ ਆ ਉਹ ਕਿਸ ਤਰ੍ਹਾਂ ਦੀਆਂ ਹੁੰਦੀਆਂ, ਅਤੇ ਮੈਨੂੰ ਇੱਕ ਮੈਸੇਜ ਮਿਲਿਆ, ਕਹਿੰਦੇ ਜੀ ਵੀ ਤੁਹਾਡਾ ਵਰਕ ਅਸੀਂ ਸਿਲੈਕਟ ਕੀਤਾ ਐਂਡ ਯੂ ਗੋਟ ਦਾ ਪ੍ਰਾਈਜ਼। ਅਤੇ ਉਹ ਮੇਰੇ ਵਾਸਤੇ ਇੱਕ ਬੜੀ ਵੱਡੀ ਔਨਰ ਸੀਗੀ ਕਿ ਮੈਂ ਆਪਣੇ ਘਰ ਬੈਠਾ ਹੋਇਆ, ਘਰ ਬੈਠੇ ਮੈਂ ਕੰਮ ਕਰ ਰਿਹਾ ਅਤੇ ਉਹਨਾਂ ਨੇ ਔਨਲਾਈਨ ਹੀ ਮੇਰਾ ਸਾਰਾ ਕੁਝ ਸਿਲੈਕਟ ਕਰਕੇ ਅਤੇ ਮੈਨੂੰ ਪ੍ਰਾਈਜ਼ ਦਿੱਤਾ। ਸੋ ਇਟਸ ਔਨਰ ਫॉर ਮੀ। ਹੁਣ ਤੱਕ ਤੁਸੀਂ ਕਿੰਨੀਆਂ ਕੁ ਕਲਾ ਵਰਕਸ਼ਾਪਾਂ ਅਤੇ ਕਲਾ ਪ੍ਰਦਰਸ਼ਨੀਆਂ ਦੇ ਵਿੱਚ ਹਿੱਸਾ ਲੈ ਚੁੱਕੇ ਹੋ? ਮੈਂ ਸਰ ਕਲਾ ਪ੍ਰਦਰਸ਼ਨੀਆਂ ਤਾਂ ਤੁਹਾਨੂੰ ਦੱਸਿਆ ਹੈ ਕਿ 1979 'ਚ ਮੈਂ ਇੰਡੀਅਨ ਅਕੈਡਮੀ ਆਫ ਫਾਈਨ ਆਰਟ ਅੰਮ੍ਰਿਤਸਰ ਤੋਂ ਆਪਣਾ ਜੀਵਨ ਯਾਤਰਾ ਸ਼ੁਰੂ ਕੀਤੀ ਪ੍ਰਦਰਸ਼ਨੀਆਂ ਦੀ। ਉਦੋਂ ਤੋਂ ਲੈ ਕੇ ਲੋਕਡਾਊਨ ਤੋਂ ਪਹਿਲੇ ਤੱਕ ਜਿਤਨੇ ਵੀ ਹੋਏ ਇਸ ਤਰ੍ਹਾਂ ਦੇ ਕਲਾ ਨਾਲ ਜੁੜੇ ਫੰਕਸ਼ਨ ਉਹਨਾਂ ਸਾਰਿਆਂ 'ਚ ਹਿੱਸਾ ਲਿਆ। ਲਾਸਟ ਜਦੋਂ ਤੁਰਕਿਸ਼ ਆਰਟਿਸਟਾਂ ਦਾ ਇੱਥੇ ਆਮਦ ਹੋਈ ਆ ਉਹਨਾਂ ਦੇ ਨਾਲ ਕੰਮ ਕਰਨੇ ਦਾ ਵੀ ਮੌਕਾ ਮਿਲਿਆ, ਉਹ ਵੀ ਇੰਡੀਅਨ ਅਕੈਡਮੀ ਫਾਈਨ ਆਰਟ ਦੇ ਨਾਲ ਹੀ ਸੀ। ਇਸ ਤਰ੍ਹਾਂ ਮਤਲਬ ਦਿੱਲੀ ਤੋਂ ਇਲਾਵਾ ਮਤਲਬ ਕੋਈ ਵੀ ਮੇਰੇ ਖਿਆਲ 'ਚ ਐਸਾ ਸਿਟੀ ਨਹੀਂ ਹੈ ਇੰਡੀਆ ਦਾ ਜਿੱਥੇ ਮੈਂ ਵਰਕ ਨਹੀਂ ਭੇਜਿਆ ਜਾਂ ਮੈਂ ਉੱਥੇ ਪਾਰਟੀਸਪੇਟ ਨਹੀਂ ਕੀਤਾ। ਔਰ ਵਰਕਸ਼ਾਪਸ ਤਾਂ ਬਹੁਤ ਮੈਂ ਪਹਿਲੀ ਵਰਕਸ਼ਾਪ ਜਿਹੜੀ ਹੈ 19 ਯੂ ਕੈਨ ਸੇ 97 ਜਾਂ 96 ਵਿੱਚ ਮੈਂ ਸ਼ੁਰੂ ਕਰਤੀਆਂ, ਪਾਰਟੀਸਪੇਟ ਕੀਤੀਆਂ, ਕਿਉਂਕਿ ਉਸ ਤੋਂ ਪਹਿਲੇ ਤਾਂ ਮੈਂ ਐਗਜ਼ੀਬਿਸ਼ਨਾਂ 'ਚ ਵਰਕ ਭੇਜਦਾ ਸੀਗਾ। ਹੌਲੀ ਹੌਲੀ ਜਦੋਂ ਮੇਰੇ ਵਰਕ ਨੂੰ ਰਿਕੋਗਨੀਸ਼ਨ ਮਿਲੀ ਹੈ ਅਤੇ ਮੈਨੂੰ ਵਰਕਸ਼ਾਪ 'ਚ ਵੀ ਕੰਮ ਕਰਨੇ ਦਾ ਮੌਕਾ ਮਿਲਿਆ। ਸੋ ਉੱਥੇ ਹੀ ਮੈਂ ਬੜੇ ਹਿੰਦੁਸਤਾਨ ਦੇ ਮੰਨੇ ਪ੍ਰਮੰਨੇ ਜਿਹੜੇ ਆਰਟਿਸਟ ਨੇ
ਉਹਨਾਂ ਦੇ ਕੋਲ ਬੈਠ ਕੇ ਕੰਮ ਕਰਨੇ ਦਾ ਸਬੱਬ ਹਾਸਿਲ ਕੀਤਾ। ਪਰ ਇਹ ਮੇਰੇ ਵਾਸਤੇ ਵੀ ਇੱਕ ਖੁਸ਼ੀ ਦੀ ਗੱਲ ਹੈ, ਮਾਣ ਦੀ ਗੱਲ ਹੈ ਕਿ ਮੈਂ ਬੜੇ ਮਤਲਬ ਕਿ ਆਉਣ ਵਾਲੀ ਜਨਰੇਸ਼ਨ ਨੂੰ ਵੀ ਮੈਂ ਕਹਿ ਸਕਦਾ ਕਿ ਜਿਹੜੀ ਚੀਜ਼ ਨੂੰ ਅਸੀਂ ਕਈ ਵਾਰ ਨਹੀਂ ਸੋਚ ਰਹੇ ਹੁੰਦੇ, ਮਾਲਿਕ ਉਹ ਵੀ ਸਾਡੇ ਕਰ ਦਿੰਦਾ। ਮੈਨੂੰ ਹੁਸੈਨ ਦੇ ਨਾਲ ਵੀ ਬੈਠਣ ਦਾ ਮੌਕਾ ਮਿਲਿਆ, MF ਹੁਸੈਨ ਹੁਣਾਂ ਦੀ ਡੈਮੋਸਟ੍ਰੇਸ਼ਨ ਦੇਖਣੀ ਜਾਂ ਉਹਨਾਂ ਦੇ ਨਾਲ ਗੱਲਾਂ ਕਰਨ ਦਾ ਮੌਕਾ ਮਿਲਿਆ। ਇਸੇ ਤਰੀਕੇ ਦੇ ਨਾਲ ਜਿਹੜੇ ਹੋਰ ਕੰਟੈਂਪਰੇਰੀ ਹਿੰਦੁਸਤਾਨ ਦੇ ਆਰਟਿਸਟ ਨੇ, ਸਾਊਥ ਇੰਡੀਆ ਦੇ ਆਰਟਿਸਟ ਨੇ ਜਾਂ ਬੰਬੇ ਦੇ ਆਰਟਿਸਟ ਨੇ, ਉਹਨਾਂ ਨਾਲ ਵੀ ਬੈਠਣ ਦਾ, ਗੱਲਾਂ ਕਰਨੇ ਦਾ ਜਾਂ ਉਹਨਾਂ ਦੇ ਨਾਲ ਬੈਠ ਕੇ ਕੰਮ ਕਰਨੇ ਦਾ ਵੀ ਮੌਕਾ ਮਿਲਿਆ। ਸੋ ਵਰਕਸ਼ਾਪਸ ਵੀ ਬਹੁਤ ਪਾਰਟ ਹੈਗੀਆਂ ਨੇ ਜਿਨ੍ਹਾਂ 'ਚ ਹਿੱਸਾ ਲਿਆ, ਐਗਜ਼ੀਬਿਸ਼ਨਸ ਵੀ ਬਹੁਤ ਨੇ ਜਿਨ੍ਹਾਂ 'ਚ ਹਿੱਸਾ ਲਿਆ। ਅਤੇ ਮਤਲਬ ਮੇਰੇ ਮੁਤਾਬਿਕ ਤਾਂ ਇਹ ਹੈ ਕਿ ਕਈ ਵਾਰ ਹੁਣ ਨਾ ਆ ਕੇ ਇਹ ਲੱਗਦਾ ਹੁੰਦਾ ਕਿ ਕਿਤੇ ਜ਼ਿਆਦਾ ਨਾ ਹੋ ਜਾਏ, ਪਰ ਨਹੀਂ, ਕਿਉਂਕਿ ਕੰਮ ਕਰਨੇ ਦੇ ਲਈ ਸਾਨੂੰ ਦੀਵਾਰ ਦੀ ਲੋੜ ਹੈ। ਮੈਂ ਹਰ ਕਲਾਕਾਰ ਨੂੰ ਦੀਵਾਰ ਦੀ ਲੋੜ ਹੈ। ਜਿਸ ਤਰ੍ਹਾਂ ਸਰੀਰਕ ਕਿਰਿਆਵਾਂ ਦੇ ਨਾਲ ਕਲਾ ਕਰਨ ਵਾਲੇ ਕਲਾਕਾਰਾਂ ਨੂੰ ਮੰਚ ਦੀ ਲੋੜ ਹੈ, ਨਾਟਕਕਾਰ ਨੂੰ ਮੰਚ ਦੀ ਲੋੜ ਹੈ, ਅਤੇ ਸਾਨੂੰ ਦੀਵਾਰਾਂ ਦੀ ਲੋੜ ਹੈ। ਅਗਰ ਅਸੀਂ ਮਤਲਬ ਆਪਣੇ ਆਪ ਨੂੰ ਉਸ ਦੀਵਾਰ ਤੱਕ ਨਹੀਂ ਲੈ ਕੇ ਜਾਂਦੇ ਜਿੱਥੇ ਕਿਸੇ ਆਪਣੇ ਆਪ ਨੂੰ ਪ੍ਰਦਰਸ਼ਿਤ ਕਰ ਸਕੀਏ, ਤਾਂ ਫਿਰ ਉਹ ਚੁੱਪ ਰਹਿਣ ਵਾਲੀ ਗੱਲ ਹੈ। ਸੋ ਕਲਾ ਨੂੰ ਚੁੱਪ ਰੱਖਣ ਦੇ ਬਦਲੇ ਉਹਨੂੰ ਪ੍ਰਦਰਸ਼ਿਤ ਕਰਨਾ ਚਾਹੀਦਾ ਹੈ। ਔਰ ਮੈਨੂੰ ਜਦੋਂ ਵੀ ਮੌਕਾ ਮਿਲਦਾ ਮੈਂ ਪ੍ਰਦਰਸ਼ਨੀਆਂ 'ਚ ਵੀ ਆਪਣਾ ਵਰਕ ਭੇਜਦਾ ਹਾਂ ਅਤੇ ਵਰਕਸ਼ਾਪ 'ਚ ਵੀ ਹਿੱਸਾ ਲੈਂਦਾ ਹਾਂ। ਅੱਜ ਕੱਲ੍ਹ ਕਿਹੜੇ ਕਾਲਜ ਦੇ ਵਿੱਚ ਤੁਸੀਂ ਸੇਵਾਵਾਂ ਦੇ ਰਹੇ ਹੋ? ਮੈਂ ਪਹਿਲੇ ਤਾਂ ਗੌਰਮੈਂਟ ਕਾਲਜ ਦੇ ਵਿੱਚ ਸੀਗਾ, ਲੇਕਿਨ ਹੁਣ ਮੈਂ ਫ੍ਰੀ ਹੋ ਗਿਆ। ਅਤੇ ਇੰਨਾ ਜ਼ਰੂਰ ਹੈ ਕਿ ਕਾਲਜ ਦੀਆਂ ਸੇਵਾਵਾਂ ਮੈਂ ਤਕਰੀਬਨ 32 ਕੁ ਸਾਲ ਮੈਂ ਜੋਬ ਕੀਤੀ ਹੈ। ਉਸ ਤੋਂ ਬਾਅਦ ਫਿਰ ਮੈਂ ਅਲੱਗ-ਅਲੱਗ ਯੂਨੀਵਰਸਿਟੀਆਂ 'ਚ ਲੈਕਚਰ ਵੀ ਦੇਣ ਗਿਆ, ਕਾਲਜਿਸ 'ਚ ਵੀ ਲੈਕਚਰ ਦੇਣ ਗਿਆ, ਐਜ਼ ਏ ਰਿਸੋਰਸ ਪਰਸਨ ਵੀ ਮੈਂ ਗਿਆ। ਹੁਣ ਵੀ ਚਿਤਕਾਰਾ ਯੂਨੀਵਰਸਿਟੀ ਦੇ ਵਿੱਚ ਮੈਨੂੰ ਸੱਦਿਆ ਗਿਆ ਸੀਗਾ। ਇਸੇ ਤਰੀਕੇ ਦੇ ਨਾਲ KT ਕਲਾ ਦੇ ਸਹਿਯੋਗ ਨਾਲ ਇੱਕ ਵਰਕਸ਼ਾਪ ਸਿਟੀ ਇੰਸਟੀਟਿਊਸ਼ਨ ਯੂਨੀਵਰਸਿਟੀ 'ਚ ਹੋਈ ਸੀ, ਉੱਥੇ ਵੀ ਜਾਣ ਦਾ ਮੌਕਾ ਮਿਲਿਆ। ਸੋ ਮੇਰਾ ਇੱਕ ਵਿਅਕਤੀਗਤ ਓਪੀਨੀਅਨ ਹੈ ਕਿ ਬੇਸ਼ੱਕ ਅਸੀਂ ਉਮਰ 'ਚ ਬੜੇ ਹੋ ਰਹੇ ਹਾਂ, ਲੇਕਿਨ ਜਦੋਂ ਅਸੀਂ ਜਵਾਨ ਲੋਕਾਂ ਦੇ ਨਾਲ ਮਿਲਦੇ ਹਾਂ, ਬੀਇੰਗ ਟੀਚਰ ਮਿਲੀਏ ਜਾਂ ਬੀਇੰਗ ਆਰਟਿਸਟ ਮਿਲੀਏ ਜਾਂ ਬੀਇੰਗ ਰਿਸੋਰਸ ਪਰਸਨ ਮਿਲੀਏ, ਸਾਨੂੰ ਵੀ ਲਰਨ ਕਰਨ ਦਾ ਮੌਕਾ ਮਿਲਦਾ। ਕਿਉਂਕਿ ਜਦੋਂ ਉਹ ਪ੍ਰਸ਼ਨ ਪੈਦਾ ਕਰਦੇ ਹੈ, ਇੱਕ ਜਨਰੇਸ਼ਨ ਪ੍ਰਸ਼ਨ ਪੈਦਾ ਕਰਦੀ ਹੈ, ਤਾਂ ਦੂਸਰੀ ਜਨਰੇਸ਼ਨ ਨੂੰ ਉਹਨੂੰ ਆਨਸਰ ਦੇਣਾ ਹੈ ਔਰ ਉਸ ਤੋਂ ਸਿੱਖਣਾ ਵੀ ਹੈ ਕਿ ਆਉਣ ਵਾਲੇ ਜਿਹੜੀ ਪੀੜ੍ਹੀ ਹੈ ਉਹ ਕਿਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਪਸੰਦ ਕਰਦੀ ਹੈ ਜਾਂ ਉਹਨਾਂ ਦੇ ਮਨ ਦੇ ਅੰਦਰ ਕਿਹੋ ਜਿਹੇ ਖਿਆਲਾਤ ਹੈ, ਉਹਨਾਂ ਨੂੰ ਸਮਝਣਾ ਵੀ ਸਾਡਾ ਫਰਜ਼ ਬਣਦਾ ਹੈ। ਕਿਉਂਕਿ ਇਹ ਕੋਈ ਲਿਖਤ ਪਰਿਭਾਸ਼ਾ ਨਹੀਂ ਹੈ ਕਿ ਜਿਹੜਾ ਸੋ ਐਂਡ ਸੋ ਪਰਸਨ ਹੈ, ਅਗਰ ਉਹ ਆਰਟਿਸਟ ਬਣ ਗਿਆ ਤਾਂ ਉਹ 'ਚ ਕਮੀ ਨਹੀਂ ਹੋ ਸਕਦੀ, ਕਮੀ ਕਿਸੇ 'ਚ ਵੀ ਹੋ ਸਕਦੀ ਹੈ। ਸੋ ਮੈਂ ਸਿੱਖਿਆ ਵੀ ਬਹੁਤ ਹੈ ਅਤੇ ਪੜ੍ਹਾਉਂਦੇ ਵਕਤ ਵੀ ਮੇਰੀ ਇਹ ਸਿਧਾਂਤ ਰਿਹਾ ਹੈ ਕਿ ਅਗਰ ਕਿਸੇ ਬੱਚੇ ਨੂੰ ਇਹ ਫੀਲ ਹੋਵੇ ਜੀ ਉਹਦਾ ਆਨਸਰ ਹੈ, ਮੇਰੇ ਕੋਲ ਨਹੀਂ ਆਨਸਰ ਹੈ, ਅਤੇ ਮੈਂ ਉਹਨੂੰ ਜ਼ਰੂਰ ਇਹ ਗੱਲ ਬੋਲੀ ਸੀ ਕਿ ਮੈਨੂੰ 1 ਦਿਨ ਦਾ ਟਾਈਮ ਦਿਓ, ਮੈਂ ਇਹਨੂੰ ਲੱਭ ਕੇ ਅਤੇ ਮੈਂ ਤੁਹਾਡੇ ਨਾਲ ਡਿਸਕਸ ਕਰੂੰਗਾ। ਕਿਉਂਕਿ ਅੱਜ ਕੱਲ੍ਹ ਨੈੱਟ ਹੈ, ਉਸ ਵਕਤ ਨੈੱਟ ਨਹੀਂ ਸੀ ਹੁੰਦਾ। ਅਸੀਂ ਸਾਰਾ ਕੁਝ ਕਿਤਾਬਾਂ ਤੋਂ ਹੀ ਪੜ੍ਹਦੇ ਸੀ, ਕਿਤਾਬਾਂ ਪੜ੍ਹ ਕੇ ਹੀ ਅੱਗੇ ਪੜ੍ਹਾਉਂਦੇ ਸੀ। ਸੋ ਇਸ ਕਰਕੇ ਬੜਾ ਵੱਡਾ ਰੀਜ਼ਨ ਹੈ ਕਿ ਸਾਡੇ ਪਾਸ ਉਸ ਵਕਤ ਦਾ ਜੋ ਗਿਆਨ ਹੈ ਜਾਂ ਸਾਡੇ ਟੀਚਰ ਨੇ ਜੋ ਸਾਨੂੰ ਗਿਆਨ ਦਿੱਤਾ, ਉਹਦੇ ਸਿਰ ਦੇ ਉੱਤੇ ਇੰਨੇ ਸਾਲ ਸਰਵਿਸ ਕਰ ਲਈ ਔਰ ਸੰਪਰਕ ਕੀਤੇ। ਹੁਣ ਵੀ ਜਦੋਂ ਜਵਾਨ ਲੋਕਾਂ ਨੂੰ ਮਿਲਦੇ ਹੈ, ਟੈਲੈਂਟਡ ਲੋਕਾਂ ਨੂੰ ਮਿਲਦੇ ਹਾਂ, ਤਾਂ ਲੱਗਦਾ ਹੈ ਕਿ ਵੀ ਨਹੀਂ, ਇਹਦੇ ਨਾਲ ਨਾਲ ਸਾਨੂੰ ਵੀ ਥੋੜ੍ਹਾ ਬਦਲਣਾ ਚਾਹੀਦਾ, ਆਪਣੇ ਸਟਾਈਲ ਨੂੰ ਚੇਂਜ ਕਰਨਾ ਚਾਹੀਦਾ ਜਾਂ ਆਪਣੇ ਅੰਦਰ ਆ ਗੁਣ ਪੈਦਾ ਕਰਨਾ ਚਾਹੀਦਾ, ਜਿਹਦੇ ਨਾਲ ਉਹਦੀ ਇੱਕ ਖਾਸ ਕਿਸਮ ਦੀ ਖੂਬਸੂਰਤੀ ਸਾਡੇ ਕੰਮ ਦੇ ਵਿੱਚ ਆਵੇ ਔਰ ਜਿਹੜਾ ਕੰਮ ਹੈ ਉਹਦੀ ਜਿਹੜੀ ਮਿਆਰ ਹੈ ਜਾਂ ਉਹਦੀ ਜਿਹੜੀ ਸੀ ਸਤ੍ਹਾ ਫਿਕਸ ਕੀਤੀ ਹੈ ਉਹ ਥੱਲੇ ਨੂੰ ਨਾ ਆਵੇ ਬਲਕਿ ਉੱਪਰ ਨੂੰ ਜਾਵੇ। ਚਿੱਤਰਕਾਰੀ ਦੇ ਖੇਤਰ ਵਿੱਚ ਤੁਹਾਡੇ ਗੁਰੂ ਉਸਤਾਦ ਕੌਣ ਰਹੇ? ਚਿੱਤਰਕਾਰੀ ਦੇ ਖੇਤਰ ਵਿੱਚ ਮੇਰੇ ਸਭ ਤੋਂ ਪਹਿਲਾਂ ਉਸਤਾਦ ਤਾਂ ਮੈਂ ਹੁਣ ਇਹੀ ਕਹਾਂਗਾ, ਕਿਉਂਕਿ ਮੈਨੂੰ ਪੇਰੈਂਟਸ ਨੇ ਮੋਰਲੀ ਬੂਸਟ ਕੀਤਾ। ਅਗਰ ਮਨਾ ਕਰਦੇ, ਸਨੱਬ ਕਰਦੇ, ਸ਼ਾਇਦ ਮੈਂ ਰੁਕ ਜਾਂਦਾ। ਉਹਨਾਂ ਨੇ ਮੈਨੂੰ ਨਹੀਂ ਰੋਕਿਆ। ਲੇਕਿਨ ਜਦੋਂ ਅਸੀਂ ਪੜ੍ਹਨ ਲੱਗ ਪੈਂਦੇ ਹਾਂ ਅਤੇ ਫਿਰ ਜਦੋਂ ਸਾਨੂੰ ਕੋਈ ਗਿਆਨ ਦਿੰਦਾ ਹੈ, ਅਤੇ ਉਹ ਮੇਰੇ ਟੀਚਰ ਸੀਗੇ ਚਰਨਜੀ ਲਾਲ ਸ਼ਰਮਾ ਜੀ। ਉਹ ਵਾਟਰ ਕਲਰ ਆਰਟਿਸਟ ਸੀਗੇ ਔਰ ਬਹੁਤ ਅੱਛਾ ਵਾਟਰ ਕਲਰ ਕਰਦੇ ਸੀ।
ਉਸ ਤੋਂ ਬਾਅਦ ਫਿਰ ਅਜੀਤ ਸਿੰਘ ਜੱਬਲ ਜੀ ਦੇ ਨਾਲ ਵੀ ਮਿਲਣਾ ਹੋ ਗਿਆ। ਫਿਰ ਪ੍ਰੋਫੈਸਰ ਮਲਕੀਤ ਬਾਲਵੀ ਜੀ ਆਏ। ਇਹ ਤਿੰਨ ਉਹ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਦੇ ਕੋਲ ਪੜ੍ਹਦੇ ਵਕਤ ਅਸੀਂ ਬੜਾ ਕੁਝ ਲਰਨ ਕੀਤਾ। ਉਹ ਜੋ ਸਿੱਖਿਆ ਇੱਕ ਕਿਸਮ ਦਾ ਉਹਨਾਂ ਦੁਆਰਾ ਦਿੱਤਾ ਗਿਆ ਆਟਾ ਆ, ਜਿਹਨੂੰ ਕਿ ਅਸੀਂ ਹੁਣ ਗੁੰਨੀ ਜਾਂਦੇ ਹਾਂ ਅਤੇ ਖਾਈ ਜਾਂਦੇ ਹਾਂ। ਅਤੇ ਮੈਨੂੰ ਲੱਗਦਾ ਹੈ ਕਿ ਟੀਚਰ ਤੋਂ ਸਿੱਖਣ ਦਾ ਇੱਕ ਇਹ ਤਰੀਕਾ ਹੈ ਕਿ ਜਦ ਟੀਚਰ ਕੰਮ ਕਰਦਾ ਤਾਂ ਉਸ ਨੂੰ ਦੇਖਦੇ ਰਹੋ, ਅਤੇ ਜਦੋਂ ਟੀਚਰ ਕੋਈ ਗੱਲ ਕਰ ਰਿਹਾ ਤਾਂ ਉਹਨੂੰ ਬੜੇ ਧਿਆਨ ਦੇ ਨਾਲ ਅਸੀਂ ਮਤਲਬ ਸਾਨੂੰ ਸੁਣਨੇ ਦਾ ਮੌਕਾ ਮਿਲਿਆ। ਅੱਜ ਵੀ ਮੈਂ ਆਪਣੇ ਟੀਚਰਸ ਦੀਆਂ ਕਈ ਗੱਲਾਂ ਨੂੰ ਯਾਦ ਕਰਦਾ ਔਰ ਇਹ ਮਹਿਸੂਸ ਕਰਦਾ ਕਿ ਉਹਨਾਂ ਨੇ ਆਹ ਗੱਲ ਉਸ ਵਕਤ ਬੋਲੀ ਸੀ। ਕਈ ਗੱਲਾਂ ਉਸ ਵੇਲੇ ਨਹੀਂ ਸਮਝ ਆਈਆਂ, ਪਰ ਉਹ ਯਾਦ ਰੱਖਣ ਕਰਕੇ ਹੁਣ ਜਦੋਂ ਸਮਝ ਆਉਂਦੀਆਂ ਤਾਂ ਇਹ ਗੱਲ ਮਹਿਸੂਸ ਹੁੰਦੀ ਹੈ ਕਿ ਅਗਰ ਆਹ ਗੱਲ ਅਸੀਂ ਨਹੀਂ ਕਰਦੇ ਹਾਂ ਤਾਂ ਅਸੀਂ ਕਾਮਯਾਬ ਹੁੰਦੇ ਹਾਂ। ਤਾਂ ਇਹ ਜਿਹੜੀ ਕਾਮਯਾਬੀ ਹੈ ਉਹ ਮੇਰੇ ਟੀਚਰਸ ਦੀ ਬਦੌਲਤ ਹੈ, ਪੇਰੈਂਟਸ ਦੀ ਇਨਕਰੇਜਮੈਂਟ ਦੀ ਬਦੌਲਤ ਹੈ, ਕਿਉਂਕਿ ਦੋਨੋਂ ਹੀ ਟੀਚਰ ਨੇ ਔਰ ਮਤਲਬ ਮੋਰਲੀ ਉਹਨਾਂ ਨੇ ਬੜਾ ਸਪੋਰਟ ਕੀਤਾ। ਇਹ ਮੇਰੇ ਲਈ ਖੁਸ਼ੀ ਦੀ ਗੱਲ ਹੈ। ਤੁਹਾਡਾ ਚਿੱਤਰਕਾਰੀ ਖੇਤਰ ਦੇ ਵਿੱਚ ਖਾਸ ਵਿਸ਼ਾ ਜਿਹੜਾ ਉਹ ਕਿਹੜਾ ਤੇ ਕਿਹੜੇ ਕਲਰ ਜ਼ਿਆਦਾ ਯੂਜ਼ ਕਰਦੇ ਹੋ? ਮੈਂ ਚਿੱਤਰਕਾਰੀ ਦੇ ਵਿੱਚ ਮੇਰਾ ਸ਼ੁਰੂਆਤ ਤੋਂ ਹੀ ਜੇ ਕਹਿ ਲਓ ਵੀ ਜਿਸ ਤਰ੍ਹਾਂ ਮਾਲਿਕ ਨੇ ਮੈਨੂੰ ਇੱਕ ਰਸਤਾ ਦੇਣਾ ਸੀ, ਮੇਰੇ ਦਿਮਾਗ ਦੇ ਵਿੱਚ ਇੱਕ ਗੱਲ ਕਰ ਗਈ ਸੀ ਕਿ ਹਰ ਪਰਸਨ ਮੇਰੇ ਨਾਲ ਦੇ ਵੀ ਜਿਹੜੇ ਪੇਂਟ ਕਰਨੇ ਵਾਲੇ ਸੀ ਉਹ ਆਪਣੇ ਹੀ ਤੌਰ ਤਰੀਕਿਆਂ ਦੇ ਨਾਲ ਵਰਕ ਬਣਾਉਣਾ ਸ਼ੁਰੂ ਕਰ ਦਿੰਦੇ ਸੀ। ਅਤੇ ਮੈਨੂੰ ਸਟੱਡੀ ਕਰਦੇ ਲੱਗਣ ਲੱਗ ਪਿਆ ਸੀਗਾ ਕਿ ਇਨਸਾਨ ਨੂੰ ਆਪਣੀ ਗੱਲ ਕਹਿਣ ਦੇ ਲਈ ਆਪਣਾ ਤਜਰਬਾ ਹਾਸਲ ਕਰਨਾ ਚਾਹੀਦਾ। ਔਰ ਮੈਂ ਪੇਂਟਿੰਗ ਦੀ ਸ਼ੁਰੂਆਤ ਕੀਤੀ। ਮੇਰੇ ਟੀਚਰ ਵਾਟਰ ਕਲਰ ਕਰਦੇ ਸੀ। ਨੈਚੁਰਲ ਹੈ ਕਿ ਜਦੋਂ ਸਾਡੇ ਸਾਹਮਣੇ ਸਾਡਾ ਉਸਤਾਦ ਇੱਕ ਮਾਧਿਅਮ ਦੇ ਨਾਲ ਕੰਮ ਕਰ ਰਿਹਾ ਹੋਵੇ ਅਤੇ ਸਾਨੂੰ ਦੇਖਣਾ ਚਾਹੀਦਾ। ਫਿਰ ਉਹ ਜਦੋਂ ਵਿਸ਼ੇ ਦੇ ਉੱਤੇ ਡਿਸਕਸ਼ਨ ਕਰਦੇ ਸੀ, ਸਾਨੂੰ ਦੱਸਦੇ ਸੀਗੇ ਕਿ ਆਹ ਜਿਹੜਾ ਸਬਜੈਕਟ ਹੈ ਇਹਨੂੰ ਤੁਸੀਂ ਇਸ ਤਰ੍ਹਾਂ ਪੇਂਟ ਕਰੋਗੇ ਤਾਂ ਇੱਦਾਂ ਦਾ ਹੋਏਗਾ। ਉਹਦੇ ਨਾਲ ਫਿਰ ਅਸੀਂ ਵੀ ਐਕਸਪੈਰੀਮੈਂਟ ਕਰਨਾ ਸਟਾਰਟ ਕੀਤਾ, ਪਰ ਮੇਰੀ ਸੋਚ ਇੱਥੇ ਤੱਕ ਆਮਾਦਾ ਨਹੀਂ ਰਹੀ। ਫਿਰ ਮੈਨੂੰ ਲੱਗਣ ਲੱਗ ਪਿਆ ਵੀ ਮੈਂ ਕੀ ਪੇਂਟ ਕਰਾਂ ਕਿ ਜਿਹੜਾ ਲੱਗੇ ਕਿ ਮੇਰਾ ਹੈ। ਇਸ ਤਰ੍ਹਾਂ ਫਿਰ ਮੈਂ ਆਪਣੇ ਵਿਚਾਰਾਂ ਨੂੰ, ਜੋ ਮੇਰੇ ਦਿਮਾਗ 'ਚ ਵਿਚਾਰ ਆਉਂਦੇ ਸੀ ਕੁਦਰਤ ਨੂੰ ਲੈ ਕੇ ਜਾਂ ਇਨਸਾਨੀ ਸੋਚ ਨੂੰ ਲੈ ਕੇ, ਜਾਂ ਵਿੱਚ ਜੇ ਮੈਂ ਬੱਚਿਆਂ ਦੇ ਵਿਚਾਰਾਂ ਨੂੰ ਲੈ ਕੇ ਵੀ ਕੰਮ ਕੀਤਾ। ਅੱਜ ਕੱਲ੍ਹ ਮੈਂ ਸਮਾਜ ਦੇ ਅੰਦਰ ਕੁਛ ਚੀਜ਼ਾਂ ਜਿਹੜੀਆਂ ਘਟ ਰਹੀਆਂ ਉਹਨਾਂ ਵਿਚਾਰਾਂ ਨੂੰ ਲੈ ਕੇ ਵੀ ਕੰਮ ਕਰਦਾ। ਮੀਡੀਅਮ ਮੈਂ ਵਾਟਰ ਕਲਰ ਯੂਜ਼ ਕੀਤਾ ਹੈ। ਆਇਲ ਸ਼ੁਰੂਆਤੀ ਕੰਮ ਜਿਹੜੇ ਨੇ ਮੈਂ ਆਇਲ ਕਲਰ 'ਚ ਕਾਫੀ ਕੀਤੇ। ਫਿਰ ਹੌਲੀ ਮੈਂ ਓਪੇਕ ਕਲਰ ਅਤੇ ਐਕਰੈਲਿਕ ਕਲਰ ਦੇ ਵਿੱਚ ਕੰਮ ਕੀਤੇ। ਅੱਜ ਕੱਲ੍ਹ ਮੈਂ ਓਪੇਕ ਕਲਰ, ਵਾਟਰ ਕਲਰ ਦੇ ਵਿੱਚ ਕੰਮ ਕਰ ਰਿਹਾ ਆਪਣੇ ਘਰ 'ਚ, ਅਤੇ ਉਸ ਤੋਂ ਇਲਾਵਾ ਮੈਂ ਐਕਰੈਲਿਕ ਕਲਰ ਦੇ ਵਿੱਚ ਕੰਪੋਜੀਸ਼ਨਸ ਪੇਂਟ ਕਰਦਾ, ਕਿਉਂਕਿ ਮੈਂ ਇਹ ਕਹਿ ਸਕਦਾ ਕਿ ਮੈਂ ਇੱਕ ਕੰਪੋਜੀਸ਼ਨ ਪੇਂਟ ਕਰਨੇ ਵਾਲਾ ਆਰਟਿਸਟ ਹੈ। ਮਾਣ ਸਨਮਾਨ ਅਤੇ ਅਵਾਰਡ ਇਹ ਪ੍ਰਸਿੱਧੀ ਦਾ ਜਿਹੜਾ ਰਾਹ ਵੀ ਖੋਲ੍ਹਦੇ ਆ, ਕਿਉਂਕਿ ਇੱਕ ਲਗਨ ਵੀ ਹੁੰਦੀ ਆ, ਚਾਹਤ ਵੀ ਅਤੇ ਜਨੂੰਨ ਵੀ ਕਿ ਇੱਥੋਂ ਤੱਕ ਵੀ ਪਹੁੰਚ ਗਏ। ਉਹ ਮਾਲਕ ਨੇ ਕਿੰਨੀ ਕੁ ਕਿਰਪਾ ਕੀਤੀ? ਸਭ ਤੋਂ ਪਹਿਲੇ ਤਾਂ ਇਹ ਸੀ ਕਿ ਮੈਂ ਮਾਨ ਸਨਮਾਨ ਤਾਂ ਮੈਨੂੰ ਅਨਐਕਸਪੈਕਟਡ ਹੈ ਮੇਰੀ ਲਾਈਫ ਦੇ, ਕਿਉਂਕਿ ਜਦੋਂ ਮੈਂ ਪਾਰਟੀਸਪੇਟ ਕਰਨਾ ਸਟਾਰਟ ਕੀਤਾ ਐਗਜ਼ੀਬਿਸ਼ਨਸ ਦੇ ਵਿੱਚ ਤਾਂ ਮੈਨੂੰ ਤਾਂ ਪਹਿਲੇ ਇਹੀ ਹੁੰਦਾ ਸੀ ਕਿ ਮੇਰਾ ਵਰਕ ਸਿਲੈਕਟ ਹੋ ਗਿਆ ਅਤੇ ਮੈਨੂੰ ਬਹੁਤ ਵੱਡੀ ਔਨਰ ਲੱਗਦੀ ਸੀ ਜਾਂ ਲੱਗਦੀ ਹੈ, ਹੁਣ ਵੀ ਲੱਗਦੀ ਹੈ। ਉਹ ਇੱਕ ਵਾਰ ਮੈਂ ਵਰਕ ਭੇਜਿਆ ਇੰਡੀਅਨ ਅਕੈਡਮੀ ਦੇ ਵਿੱਚ, ਅਤੇ ਅਵਤਾਰ ਸਿੰਘ ਜੀ ਜਿਨ੍ਹਾਂ ਨੂੰ ਨੋਰਮਲੀ ਅਸੀਂ ਸਾਰੇ ਬਾਊ ਜੀ ਕਹਿ ਕੇ ਬੁਲਾਉਂਦੇ ਸੀ, ਅਤੇ ਉਹਨਾਂ ਦੇ ਕੋਲ ਮੈਂ ਬੈਠਾ ਹੋਇਆ ਸੀ ਅਤੇ ਮੈਨੂੰ ਕਹਿੰਦੇ ਕਿ ਤੇਰੇ ਕਿੰਨੇ ਵਰਕ ਸਿਲੈਕਟ ਹੋਏ? ਮੈਂ ਕਿਹਾ ਜੀ ਮੇਰੇ 3 ਵਰਕ ਸਿਲੈਕਟ ਹੋਏ। ਕਹਿੰਦੇ ਮੈਨੂੰ ਚੱਲ ਆਪਣਾ ਵਰਕ ਦਿਖਾ। ਅਸੀਂ ਹਾਲ 'ਚ ਗਏ, ਹਾਲ 'ਚ ਜਾ ਕੇ ਮੈਂ ਉਹਨਾਂ ਨੂੰ ਆਪਣੇ ਕੰਮ ਦਿਖਾਏ। ਕਹਿੰਦੇ ਤੂੰ ਇਕੱਲਾ ਬੰਦਾ ਹੈ ਜਿਹਦੇ 3 ਵਰਕ ਸਿਲੈਕਟ ਹੋਇਆ, ਬਾਕੀ ਕਿਸੇ ਦਾ 1, ਕਿਸੇ ਦੇ 2 ਸਿਲੈਕਟ ਹੋਏ ਆ। ਕਹਿੰਦੇ ਤੇਰੇ 3 ਸਿਲੈਕਟ ਹੋਏ, ਵੈਰੀ ਨਾਈਸ। ਉਹ ਮੈਨੂੰ ਲੱਗਾ ਕਿ ਦੈਟ ਇਜ਼ ਦਾ ਬਿਗੈਸਟ ਅਵਾਰਡ ਫॉर ਮੀ। ਉਹ ਮੇਰਾ ਇੱਕ ਕਿਸਮ ਦਾ ਅਵਾਰਡ ਹੈ। ਉਸ ਤਰ੍ਹਾਂ ਮੈਨੂੰ ਕਈ ਪ੍ਰਾਈਜ਼ ਮਿਲੇ, ਐਜੂਕੇਸ਼ਨ 'ਚ ਵੀ ਮਿਲੇ। ਯੂਨੀਵਰਸਿਟੀ ਦੇ ਵਿੱਚ ਟੌਪ ਆਉਣ ਦੇ ਉੱਤੇ ਐਜੂਕੇਸ਼ਨ ਦੇ ਵਿੱਚ ਮੈਨੂੰ 2 ਵਾਰ ਮਤਲਬ ਐਜੂਕੇਸ਼ਨ ਅਵਾਰਡ ਮਿਲੇ। ਇਸ ਤਰ੍ਹਾਂ ਮੈਨੂੰ ਜਵਾਹਰ ਲਾਲ ਨਹਿਰੂ ਫਾਊਂਡੇਸ਼ਨ ਤੋਂ ਵੀ ਅਵਾਰਡ ਮਿਲੇ।
ਔਰ ਬਾਅਦ ਦੇ ਵਿੱਚ ਮੈਂ ਗ੍ਰੀਸ ਵਰਕ ਭੇਜਿਆ ਤਾਂ ਉੱਥੇ ਮਤਲਬ ਇਜਿਪਸ਼ੀਅਨ ਐਮਬੈਸੀ ਵੱਲੋਂ ਇੱਕ ਐਗਜ਼ੀਬਿਸ਼ਨ ਕੀਤੀ ਗਈ ਸੀ, ਉਹਨਾਂ ਨੇ ਵੀ ਮੈਨੂੰ ਪ੍ਰਾਈਜ਼ ਦਿੱਤਾ। ਸੋ ਮੇਰੇ ਵਾਸਤੇ ਉਹ ਸਰਪ੍ਰਾਈਜ਼ ਹੀ ਮਤਲਬ ਸੀਗੇ ਸਾਰੇ, ਕਿਉਂਕਿ ਮੈਂ ਕਦੇ ਅਵਾਰਡ ਨੂੰ ਸੋਚ ਕੇ ਤਾਂ ਨਹੀਂ ਵਰਕ ਭੇਜਿਆ, ਲੇਕਿਨ ਜਦੋਂ ਅਵਾਰਡ ਮਿਲਿਆ ਤਾਂ ਉਹ ਇੱਕ ਕਿਸਮ ਦੀ ਅੰਤਾਂ ਦੀ ਖੁਸ਼ੀ ਸੀ, ਕਿਉਂਕਿ ਜਦੋਂ ਆਪਾਂ ਸੋਚ ਨਹੀਂ ਰਹੇ ਹੁੰਦੇ ਔਰ ਚੀਜ਼ ਜਾਂ ਸਾਨੂੰ ਮਾਲਿਕ ਜਾਂ ਸਮਾਂ ਸਾਨੂੰ ਉਹ ਚੀਜ਼ ਬਖਸ਼ਦਾ ਹੈ ਤਾਂ ਉਹ ਅੱਛਾ ਲੱਗਦਾ ਹੈ। ਕਿਉਂਕਿ ਜਦੋਂ ਅਸੀਂ ਸੋਚ ਕੇ ਕੁਝ ਕਰਦੇ ਹਾਂ ਅਤੇ ਫਿਰ ਨੈਚੁਰਲੀ ਬੰਦੇ ਦੇ ਮਨ 'ਚ ਦੁੱਖ ਆਉਂਦਾ, ਹਰਾਸਮੈਂਟ ਹੁੰਦੀ ਆ, ਉਹਨੂੰ ਕੜੱਤਣ ਪੈਦਾ ਹੋ ਜਾਂਦੀ ਹੈ ਅਤੇ ਮੈਨੂੰ ਲੱਗਦਾ ਉਹ ਕੰਮ ਨਹੀਂ ਕਰ ਸਕਦਾ। ਅਤੇ ਜਦੋਂ ਮੈਨੂੰ ਪੰਜਾਬ ਲਲਿਤ ਕਲਾ ਅਕੈਡਮੀ ਨੇ ਔਨਰ ਕੀਤਾ, ਉਹਨਾਂ ਨੇ ਹੋਰ ਵੀ ਕਲਾਕਾਰਾਂ ਨੂੰ ਕੀਤਾ, ਐਸੀ ਗੱਲ ਨਹੀਂ, ਲੇਕਿਨ ਜਦੋਂ ਉਹਨਾਂ ਨੇ ਮੈਨੂੰ ਔਨਰ ਕੀਤਾ ਔਰ ਮੈਨੂੰ ਉਹਨਾਂ ਨੇ ਬੁਲਾਇਆ ਅਤੇ ਬੁਲਾ ਕੇ ਉਹਨਾਂ ਨੇ ਮੈਨੂੰ ਜਿਸ ਤਰ੍ਹਾਂ ਕੈਸ਼ ਦਿੱਤਾ ਹੈ, ਮੋਮੈਂਟੋ ਦਿੱਤਾ ਹੈ, ਲਲਿਤ ਕਲਾ ਅਕੈਡਮੀ ਦਾ ਇਨਸਿਗਨੀਆ ਦਿੱਤਾ ਹੈ, ਉਸ ਤੋਂ ਬਾਅਦ ਮੈਨੂੰ ਸਾਈਟੇਸ਼ਨ ਦੇ ਕੇ ਔਨਰ ਕੀਤਾ ਹੈ, ਤਾਂ ਮੈਨੂੰ ਇਹ ਔਨਰ ਐਡੀ ਵੱਡੀ ਔਰ ਇੰਨੀ ਪਿਆਰੀ ਲੱਗਦੀ ਹੈ ਕਿ ਮੈਂ ਕਦੇ ਲਾਈਫ 'ਚ ਇਹ ਨਹੀਂ ਸੀ ਸੋਚਿਆ ਕਿ ਪੰਜਾਬ ਲਲਿਤ ਕਲਾ ਅਕੈਡਮੀ ਮੈਨੂੰ ਇਸ ਤਰ੍ਹਾਂ ਦਾ ਸਨਮਾਨ ਦੇਵੇਗੀ। ਸੋ ਇੱਥੋਂ ਮੈਨੂੰ ਤਾਂ ਲੱਗਦਾ ਹੈ ਕਿ ਇਨਸਾਨ ਨੂੰ ਜਿਹੜੇ ਪ੍ਰਾਈਜ਼ਿਜ਼ ਹੈ ਇਹ ਅੱਗੇ ਵਧਣੇ ਦਾ ਇੱਕ ਰਸਤਾ ਖੋਲ੍ਹਦੇ ਆ। ਠੀਕ ਉਸੇ ਤਰੀਕੇ ਦੇ ਨਾਲ ਕੀ ਜਿੰਦਾ ਕਹਿੰਦੇ ਪੈਸਾ ਆ ਜਾਏ ਅਤੇ ਇਨਸਾਨ ਅਗਰ ਨੀਵਾਂ ਬਣਿਆ ਰਹੇ ਤਾਂ ਠੀਕ ਹੈ, ਪੈਸਾ ਆ ਜਾਏ ਅਤੇ ਇਨਸਾਨ 'ਚ ਗੁੱਸਾ ਪੈਦਾ ਹੋ ਜਾਏ, ਗੁੱਸਾ ਪੈਦਾ ਹੋ ਜਾਏ ਅਤੇ ਉਹ ਮਾੜਾ ਹੈ। ਸੋ ਇਨਾਮ ਵੀ ਉਸੇ ਤਰੀਕੇ ਦੇ ਨਾਲ ਨੇ ਕਿ ਇਨਾਮ ਮਿਲਣ ਲੱਗ ਪੈਣ ਤਾਂ ਬੰਦਾ ਵੱਡਾ ਆਪਣੇ ਆਪ ਨੂੰ ਸੋਚੇ, ਐਸੀ ਗੱਲ ਨਹੀਂ ਹੈ। ਉਹਨੂੰ ਮਤਲਬ ਨਿਮਨ ਨਹੀਂ ਰਹਿਣਾ ਚਾਹੀਦਾ ਹੈ, ਥੋੜ੍ਹਾ ਝੁਕਣਾ ਹੀ ਚਾਹੀਦਾ ਹੈ, ਤਾਂ ਕਿ ਉਹਨੇ ਹਾਲੇ ਲਰਨ ਕਰਨਾ ਹੁੰਦਾ ਹੈ। ਔਰ ਮੈਂ ਅੱਜ ਵੀ ਲਰਨ ਕਰ ਰਿਹਾ, ਅੱਜ ਵੀ ਮੈਂ ਜੋ ਵਰਕ ਬਣਾਇਆ ਹੈ ਇੱਥੇ KT ਕਲਾ 'ਚ, ਉਹਦੇ ਵਿੱਚ ਵੀ ਮੈਂ ਜਿਸ ਪ੍ਰੋਸੈਸ ਨੂੰ ਹੌਲੀ ਹੌਲੀ ਡਿਵੈਲਪ ਕਰ ਰਿਹਾ ਤਾਂ ਉਸ 'ਚ ਵੀ ਮੈਂ ਲਰਨ ਕਰ ਰਿਹਾ, ਉਹਨੂੰ ਮੈਂ ਕਿਤੇ ਨਾ ਕਿਤੇ ਆਪਣੀਆਂ ਅਗਲੀਆਂ ਪੇਂਟਿੰਗਾਂ 'ਚ ਵਰਤਾਂਗਾ। ਸੋ ਇਸ ਤਰ੍ਹਾਂ ਦਾ ਹੈ। ਸੋ ਇਹ ਮੇਰੇ ਸਾਰੇ ਇਨਾਮ ਹੀ ਨੇ ਜਿਹੜੇ ਕਿ ਮੈਨੂੰ ਮਾਲਿਕ ਨੇ ਅਤੇ ਮਾਤਾ ਪਿਤਾ ਦੀਆਂ ਬਲੈਸਿੰਗਸ ਨੇ ਦਿੱਤੇ ਹੈ। ਗੁਰੂ ਨਗਰੀ ਅੰਮ੍ਰਿਤਸਰ ਨਾਲ ਨਾਤਾ ਕਿਵੇਂ ਦਾ ਅਤੇ ਇੱਥੋਂ ਦੇ ਦੋਸਤਾਂ ਦੇ ਬਾਰੇ ਜ਼ਰੂਰ ਦੱਸੋ। ਗੁਰੂ ਘਰ ਨਗਰੀ ਦੇ ਨਾਲ ਮੇਰੀ ਪਹਿਲੀ ਪਹਿਚਾਣ ਤਾਂ ਮੇਰੇ ਪੇਰੈਂਟਸ ਦੇ ਕਰਕੇ ਹੋਈ, ਅਤੇ ਦੂਸਰਾ ਫਿਰ ਮੈਨੂੰ ਇੱਥੇ ਗੁਰੂ ਘਰ ਦੇ ਵਿੱਚ ਆਉਣ ਦਾ ਇਸ ਤਰ੍ਹਾਂ ਮੌਕਾ ਮਿਲਿਆ ਕਿ ਆਪਣਾ ਜਦੋਂ ਅਸੀਂ ਗੋਲਡਨ ਟੈਂਪਲ ਨੂੰ ਜਾਂਦੇ ਹਾਂ, ਹੁਣ ਤਾਂ ਭੰਡਾਰੀ ਪੁਲ ਤੋਂ ਥੱਲੇ ਉਤਰਦੇ ਹਾਂ, ਕਾਫੀ ਅਲੱਗ ਜਿਹਾ ਨਜ਼ਾਰਾ ਹੈ, ਅਤੇ ਮੇਰੇ ਖਿਆਲ ਗਾਂਧੀ ਗੇਟ ਹੀ ਹੈ ਨਾ, ਹਾਂ, ਉੱਥੇ ਇੱਕ ਇੰਸਟੀਟਿਊਸ਼ਨ ਸੀ ਇਹਦੀ ਇੰਡਸਟਰੀਅਲ ਦੀ, ਅਤੇ ਮੈਂ ਉੱਥੇ ਤੁਹਾਨੂੰ ਦੱਸਿਆ ਕਿ ਮੈਂ ਨਾਨ ਮੈਡੀਕਲ ਦਾ ਸਟੂਡੈਂਟ ਸੀ, ਤਾਂ ਮੈਂ ਟੈਕਸਟਾਈਲ ਦਾ ਡਿਪਲੋਮਾ ਕਰਨ ਆਇਆ। ਚਲੋ ਉਹ ਵੀ ਰੰਗਾਂ ਦੇ ਨਾਲ ਹੀ ਜੁੜੀ ਹੋਈ ਗੱਲ ਹੈ, ਡਿਜ਼ਾਈਨ ਨਾਲ ਜੁੜੀ ਹੋਈ ਗੱਲ ਹੈ। ਸੋ ਇਸ ਤਰ੍ਹਾਂ ਮੇਰਾ ਪਹਿਲਾ ਜਿਹੜਾ ਹੈ ਸੰਪਰਕ ਇਸ ਧਰਤੀ ਦੇ ਨਾਲ ਉੱਥੇ ਜੁੜਿਆ, ਲੇਕਿਨ ਕਲਾਤਮਕ ਪੱਖ ਜਿਹੜਾ ਹੈ ਉਹ ਇੰਡੀਅਨ ਅਕੈਡਮੀ ਦੇ ਨਾਲ ਹੀ ਜੁੜਿਆ। 1978 ਮੈਂ ਇੱਥੇ ਆਇਆ ਅਤੇ ਉਦੋਂ ਮੈਨੂੰ ਪਤਾ ਲੱਗਾ ਵੀ ਇੱਥੇ ਇੱਕ ਅਕੈਡਮੀ ਹੈ। ਮੈਂ ਅਕੈਡਮੀ 'ਚ ਵਿਜ਼ਿਟ ਕੀਤਾ ਅਤੇ ਇਹਨਾਂ ਨੇ ਚਲੋ ਸਾਨੂੰ ਮੌਕਾ ਦਿੱਤਾ, ਅਤੇ ਉਸ ਤਰ੍ਹਾਂ ਮੈਂ ਵਰਕ ਬਣਾਏ, ਭੇਜੇ ਇਹਨਾਂ ਨੂੰ, ਮੇਰੇ ਵਰਕ ਸਿਲੈਕਟ ਹੋਏ। ਉਦੋਂ ਮੈਨੂੰ ਪਤਾ ਨਹੀਂ ਸੀਗਾ ਕਿ ਅਵਤਾਰ ਸਿੰਘ ਜੀ ਕੀ ਹਸਤੀ ਹੈ। ਉਸੇ ਵਕਤ ਮੇਰੀ ਮੁਲਾਕਾਤ EK ਰਾਜ ਜੀ ਦੇ ਨਾਲ ਹੋਈ, ਬਾਅਦ 'ਚੋਂ ਮੇਰੇ ਟੀਚਰ ਵੀ ਬਣੇ ਅਤੇ ਉਹਨਾਂ ਤੋਂ ਲੈਂਡਸਕੇਪ ਸਿੱਖਣ ਦਾ ਮੌਕਾ ਮਿਲਿਆ। ਫਿਰ ਬਲਦੇਵ ਗੰਭੀਰ ਜੀ ਅਤੇ ਗੋਪਾਲ ਕਰੋੜੀਵਾਲ ਜੀ ਦੇ ਨਾਲ ਮਿਲਣ ਦਾ ਮੌਕਾ ਮਿਲਿਆ। ਇਹ ਸਾਰੇ ਮਤਲਬ ਵੱਡੇ ਅਤੇ ਮਾਰਕ ਕਰਨ ਵਾਲੇ ਆਰਟਿਸਟ ਨੇ। ਫਿਰ ਹੌਲੀ ਹੌਲੀ ਉਸ ਵਕਤ ਦੀ ਜਿਹੜੀ ਜਵਾਨ ਪੀੜ੍ਹੀ ਹੈ ਉਹਦੇ ਨਾਲ ਵੀ ਮਿਲਣ ਦਾ ਮੌਕਾ ਮਿਲਿਆ। ਉਹ ਜਿਹੜੀ ਜਵਾਨ ਪੀੜ੍ਹੀ ਹੈ ਉਹਦੇ ਨਾਲ ਜਦੋਂ ਮਿਲਣਾ ਸਟਾਰਟ ਹੋਇਆ ਅਤੇ ਫਿਰ ਇੱਕ ਕਿਸਮ ਦਾ ਸਰਕਲ ਵੱਧਦਾ ਚਲਾ ਗਿਆ, ਅਤੇ ਇੰਡੀਅਨ ਅਕੈਡਮੀ ਦੇ ਵਿੱਚ ਹੀ ਮੇਰੀ ਮੁਲਾਕਾਤ KT ਕਲਾ ਦੇ ਇਸ ਵੇਲੇ ਜਿਹੜੇ ਆਫਿਸ ਪ੍ਰਬੰਧਕ ਨੇ ਜੌਲੀ ਜੀ ਮਤਲਬ ਉਹਨਾਂ ਨਾਲ ਮੈਨੂੰ ਮਿਲਣ ਦਾ ਮੌਕਾ ਮਿਲਿਆ, ਔਰ ਬੜਾ ਇਹਨਾਂ ਦੇ ਨਾਲ ਪਿਆਰ ਪੈਦਾ ਹੋਇਆ। ਇਹਨਾਂ ਨੇ ਵੀ ਬੜੀ ਇੱਜ਼ਤ ਦਿੱਤੀ, ਅਤੇ ਇਸ ਨਗਰੀ ਦੇ ਵਿੱਚ ਕਈ ਪ੍ਰੋਫੈਸਰ ਸਾਹਿਬਾਨ ਨੇ, ਕਈ ਸੰਗੀਤਕਾਰ ਵੀ ਨੇ ਜਿਨ੍ਹਾਂ ਦੇ ਨਾਲ ਮੈਨੂੰ ਮਿਲਣ ਦਾ ਮੌਕਾ ਮਿਲਿਆ। ਔਰ ਮੈਨੂੰ ਅੰਮ੍ਰਿਤਸਰ ਆਉਣਾ ਕਦੇ ਇਸ ਤਰ੍ਹਾਂ ਨਹੀਂ ਲੱਗਾ ਕਿ ਮੈਂ ਕਿਸੇ ਹੋਰ ਸ਼ਹਿਰ ਜਾ ਰਿਹਾ।
ਮੈਨੂੰ ਇਸ ਤਰ੍ਹਾਂ ਹੀ ਲੱਗਾ ਕਿ ਜਿਸ ਤਰ੍ਹਾਂ ਮੈਂ ਆਪਣੇ ਘਰ ਆ ਰਿਹਾ, ਤੇ ਮੈਂ ਕੰਫਰਟੇਬਲੀ ਫੀਲ ਕਰਦਾ ਹਮੇਸ਼ਾ ਆਪਣੇ ਆਪ ਨੂੰ। ਤੇ ਇਹ ਮੈਨੂੰ ਮਤਲਬ ਇੱਕ ਕਿਸਮ ਦਾ ਸ਼ਾਇਦ ਮਾਲਕ ਨੇ ਜਦੋਂ ਮੈਨੂੰ ਸਬਜੈਕਟ ਦੇ ਨਾਲ ਪਿਆਰ ਜੋੜਿਆ ਤੇ ਨਾਲ ਹੀ ਮੈਨੂੰ ਇਸ ਸ਼ਹਿਰ ਦੇ ਨਾਲ ਵੀ ਜੋੜ ਲਿਆ। ਇਸ ਤਰ੍ਹਾਂ ਦਾ ਸਿਲਸਿਲਾ ਹੈ। ਮੈਂ 1978 ਤੋਂ ਇਸ ਸ਼ਹਿਰ ਨਾਲ ਜੁੜਿਆ ਹੋਇਆ ਹੈ ਤੇ ਇੱਥੇ ਦੇ ਅਲੱਗ-ਅਲੱਗ ਕਾਲਜਿਸ ਦੇ ਵਿੱਚੋਂ ਵੀ ਮੈਂ ਪ੍ਰਾਈਜ਼ ਹਾਸਲ ਕੀਤੇ ਆ ਇੱਕ ਸਟੂਡੈਂਟ ਹੋਣ ਦੇ ਨਾਤੇ। ਕੰਪੀਟੀਸ਼ਨ ਚਾਹੀਦਾ ਸੀਗਾ, ਪਾਰਟਿਸਿਪੇਟ ਕਰੀਦਾ ਸੀ, ਪ੍ਰਾਈਜ਼ ਲਈਦਾ ਸੀ ਤੇ ਮੈਂ ਮਾਸਟਰ ਗੁਰਦਿੱਤ ਸਿੰਘ ਜੀ ਜਿਹੜੇ ਹੈਗੇ ਆ ਉਹਨਾਂ ਦੇ ਹੱਥੋਂ ਵੀ ਮੈਂ ਪ੍ਰਾਈਜ਼ ਲਿਆ ਹੋਇਆ ਹੈ ਤੇ ਇਟਸ ਆਨਰ ਫॉर ਮੀ। ਮੈਨੂੰ ਬੜੀ ਖੁਸ਼ੀ ਦੀ ਲੱਗਦੀ ਹੈ। ਪਰਿਵਾਰ ਦੇ ਵਿੱਚ ਕੌਣ ਕੌਣ ਆ ਜੀ? ਪਰਿਵਾਰ 'ਚ ਮਾਤਾ ਪਿਤਾ ਤਾਂ ਨਹੀਂ ਹੈਗੇ ਕਿਉਂਕਿ ਸਮੇਂ ਦੇ ਨਾਲ ਹਰ ਇੱਕ ਇਨਸਾਨ ਨੇ ਜਾਣਾ ਹੁੰਦਾ ਹੈ, ਉਹ ਵੀ ਮਤਲਬ ਮਾਲਕ ਨੂੰ ਪਿਆਰੇ ਹੋ ਗਏ। ਹੁਣ ਮੈਂ ਤੇ ਮੇਰੀ ਵਾਈਫ ਅਸੀਂ ਦੋ ਹੀ ਜਣੇ ਹੈ ਤੇ ਬਾਕੀ ਮੈਂ ਕਲਾਕਾਰ ਹਾਂ, ਹਾਊਸ ਵਾਈਫ ਹੈ। ਇਸ ਤਰ੍ਹਾਂ ਹੌਲੀ ਹੌਲੀ ਆਪਣਾ ਜੀਵਨ ਗੁਜ਼ਾਰਦੇ ਹਾਂ। ਹਾਂ, ਉਹ ਮੇਰੀ ਅੱਛੀ ਕ੍ਰਿਟਿਕ ਹੈ। ਕੁਛ ਗੱਲਾਂ ਜਿਹੜੀਆਂ ਉਹਨੂੰ ਨਹੀਂ ਮਨ ਨੂੰ ਪਾਉਂਦੀਆਂ ਉਹ ਫਿਰ ਦੱਸ ਦਿੰਦੀ ਹੈ ਵੀ ਤੂੰ ਮੈਨੂੰ ਇਹ ਗਲਤ ਲੱਗਦਾ ਹੈ ਜਾਂ ਰੰਗ ਮੈਨੂੰ ਸੋਹਣੇ ਲੱਗਦੇ ਹੈ। ਇਸ ਤਰ੍ਹਾਂ ਦਾ ਸਿਲਸਿਲਾ। ਅਸੀਂ ਦੋ ਹੀ ਲੋਕ ਹੈ। ਕੀ ਨਾਂ ਜੀ ਉਹਨਾਂ ਦਾ ਨਾਂ ਜ਼ਰੂਰ ਦੱਸੋ। ਉਹਨਾਂ ਦਾ ਨਾਮ ਹੈ ਜੀ ਗੁਰਮੀਤ ਹੈ, ਲੇਕਿਨ ਉਹਨਾਂ ਦਾ ਜਿਹੜਾ ਨਿਕਨੇਮ ਹੈ ਆਸ਼ੀਸ਼ ਗੀਤਾ। ਤੇ ਮਤਲਬ ਵਧੀਆ ਸਿਲਸਿਲਾ ਅੱਛਾ ਹੈ ਤੇ ਅਸੀਂ ਮਤਲਬ ਐਸੀ ਜ਼ਿੰਦਗੀ ਦੇ ਪੜਾਅ ਦੇ ਉੱਤੇ ਹੈ ਕਿ ਜਿੱਥੇ ਇੱਕ ਦੂਜੇ ਨੂੰ ਅਸੀਂ ਮੋਰਲੀ ਫੀਲ ਕਰਦੇ ਹਾਂ ਵੀ ਹਾਂ ਹੋਣਾ ਚਾਹੀਦਾ। ਬਾਕੀ ਮੇਰੇ ਸਟੂਡੈਂਟ ਹੈ ਜਿਹੜੇ ਮੇਰੇ ਨਾਲ ਜੁੜੇ ਹੋਏ ਹੈ ਉਹ ਸਾਡੇ ਬੱਚਿਆਂ ਦੀ ਤਰ੍ਹਾਂ ਹੀ ਹੈ ਕਿਉਂਕਿ ਜਦੋਂ ਵੀ ਅਸੀਂ ਕਿਤੇ ਕੋਈ ਗੱਲ ਮਹਿਸੂਸ ਕਰਦੇ ਹਾਂ ਤੇ ਆਲ ਦਾ ਟਾਈਮ ਕਿਸੇ ਨਾ ਕਿਸੇ ਰੂਪ ਨਾਲ ਸਾਨੂੰ ਉਹ ਸੁਣਦੇ ਹੈ, ਸਮਝਦੇ ਹੈ। ਕੁਛ ਇੱਕ ਬੱਚੇ ਤਾਂ ਇਸ ਹੱਦ ਤੱਕ ਮੇਰੇ ਨਾਲ ਜੁੜ ਗਏ ਕਿ ਉਹਨਾਂ ਦੇ ਮਾਪਿਆਂ ਤੋਂ ਲੈ ਕੇ ਉਹਨਾਂ ਦੀਆਂ ਨੈਕਸਟ ਜਿਹੜੀਆਂ ਉਹਨਾਂ ਦੇ ਬੱਚੇ ਨੇ, ਸਾਡੇ ਸਟੂਡੈਂਟ ਦੇ ਬੱਚੇ ਨੇ, ਉਹ ਵੀ ਮਤਲਬ ਸਾਡੇ ਦੋਨਾਂ ਨਾਲ ਜੁੜੇ ਹੋਏ ਹੈ। ਸਾਨੂੰ ਫੋਨ ਕਰਦੇ ਹੈ, ਮਿਲਦੇ ਹੈ, ਵਿਚਾਰ ਕਰਦੇ ਹੈ। ਸੋ ਕਲਾਕਾਰਾਂ ਦਾ ਅਤੇ ਟੀਚਰਾਂ ਦਾ ਪਰਿਵਾਰ ਤਾਂ ਬਹੁਤ ਬੜਾ ਹੁੰਦਾ ਹੈ। ਅੱਜ ਦੇ ਐਪੀਸੋਡ ਦੇ ਵਿੱਚ ਤੁਸੀਂ ਕਲਾ ਖੇਤਰ ਦੀ ਮਹਾਨ ਹਸਤੀ ਡਾਕਟਰ ਜਸਪਾਲ ਐਸ ਜੀ ਨੂੰ ਮਿਲੇ ਹੋ, ਨੇੜਿਓਂ ਹੋ ਕੇ ਇਹਨਾਂ ਦੀਆਂ ਗੱਲਾਂ ਸੁਣੀਆਂ ਵਾ ਔਰ ਸਾਡੀ ਵੀ ਇਹੋ ਹੀ ਤਾਂਘ ਰਹੀ ਸੀਗੀ ਕਿ ਅਸੀਂ ਤੁਹਾਡੇ ਰੂਬਰੂ ਜਿਹੜਾ ਵਾ ਡਾਕਟਰ ਜਸਪਾਲ ਐਸ ਜੀ ਨੂੰ ਕਰੀਏ ਤੇ ਅੱਜ ਸਬੱਬ ਬਣਿਆ ਤੁਹਾਡੇ ਸਾਰਿਆਂ ਦੇ ਰੂਬਰੂ ਕੀਤਾ ਵਾ। ਤੇ ਮੇਰੇ ਨਾਲ ਹਮੇਸ਼ਾ ਦੀ ਤਰ੍ਹਾਂ ਹੀ ਮੇਰੇ ਦੋਸਤ ਨਵਦੀਪ ਸੋਤਾ ਜੀ ਇਸ ਵੇਲੇ ਪ੍ਰੋਗਰਾਮ ਨੂੰ ਕਵਰ ਕਰ ਰਹੇ ਆ ਤੇ ਵਾਅਦਾ ਕਰਦੇ ਆ ਕਿ ਆਉਂਦੇ ਹਫਤੇ ਵੀ ਤੁਹਾਡੇ ਰੂਬਰੂ ਵਧੀਆ ਸ਼ਖਸੀਅਤ ਲੈ ਕੇ ਆਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।